ਸਟਾਰਟ। ਪੁਰਾਣੇ ਸਮਿਆਂ ਵਿੱਚ ਲੋਕਾਂ 'ਚ ਆਪਸੀ ਮੋਹ ਪਿਆਰ ਅਤੇ ਇੱਕ ਦੂਜੇ ਪ੍ਰਤੀ ਦਿਲ ਵਿੱਚ ਸਤਿਕਾਰ ਹੁੰਦਾ ਸੀ। ਡੰਡੀ ਘਰ ਦੀਆਂ ਔਰਤਾਂ ਆਪਸੀ ਲੜਾਈ ਝਗੜਿਆਂ ਨੂੰ ਬੰਦਿਆਂ ਤੱਕ ਨਹੀਂ ਸੀ ਪਹੁੰਚਣ ਦਿੰਦੀਆਂ ਅਤੇ ਆਪਸ ਵਿੱਚ ਹੀ ਨਿਪਟਾਰਾ ਕਰਕੇ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੀਆਂ ਸਨ। ਡੰਡੀ ਉਹ ਘਰ ਦੇ ਸਾਰੇ ਕੰਮ ਨੂੰ ਖੁਸ਼ੀ ਨਾਲ ਇਕੱਠਿਆਂ ਹੀ ਰਲ ਮਿਲ ਕੇ ਸਾਂਭ ਲੈਂਦੀਆਂ ਸਨ। ਪਰ ਅੱਜ ਹਾਲਾਤ ਬਦਲ ਗਏ ਹਨ। ਡੰਡੀ ਇੱਕੋ ਰਸੋਈ ਅੰਦਰ ਦੋ ਔਰਤਾਂ ਇਕੱਠੇ ਕੰਮ ਨਹੀਂ ਕਰ ਸਕਦੀਆਂ। ਡੰਡੀ ਵਜ੍ਹਾ ਇਹ ਦੱਸਦੀਆਂ ਹਨ ਕਿ ਸਾਨੂੰ ਇੱਕ ਦੂਜੇ ਦਾ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ। ਡੰਡੀ ਹੋਰ ਤਾਂ ਹੋਰ ਕਈ ਵਾਰੀ ਕੰਮ 'ਤੇ ਜਾਣ ਵਾਲੇ ਮਰਦਾਂ ਨੂੰ ਇਸ ਲੜਾਈ ਦਾ ਸ਼ਿਕਾਰ ਹੋਣਾ ਪੈਂਦਾ ਹੈ। ਡੰਡੀ ਉਹ ਪਰੇਸ਼ਾਨੀ ਵਿੱਚ ਘਰੋਂ ਕੰਮ 'ਤੇ ਜਾਂਦੇ ਹਨ। ਡੰਡੀ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਨੂੰਹ ਵੱਲੋਂ ਆਪਣੀ ਸੱਸ ਨੂੰ ਸ਼ਰੇਆਮ ਉਸ ਦੇ ਬੇਟੇ ਸਾਹਮਣੇ ਕੁੱਟਿਆ ਮਾਰਿਆ ਜਾ ਰਿਹਾ ਸੀ। ਡੰਡੀ ਰਿਸ਼ਤਿਆਂ ਦੀ ਸ਼ਰਮ ਲਿਹਾਜ਼ ਲੋਕਾਂ ਨੇ ਉੱਕਾ ਹੀ ਸੂਲੀ 'ਤੇ ਟੰਗ ਦਿੱਤੀ ਹੈ। ਡੰਡੀ ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਕਸਰ ਅਸੀਂ ਵੇਖਦੇ ਰਹਿੰਦੇ ਹਾਂ, ਜਿੱਥੇ ਆਪਣੇ ਹੀ ਜਾਏ ਧੀਆਂ ਪੁੱਤਰ ਮਾਤਾ ਪਿਤਾ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਡੰਡੀ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਕੋਈ ਖਬਰ ਆਉਂਦੀ ਹੈ ਕਿ ਸਕੇ ਪਿਓ ਜਾਂ ਭਰਾ ਨੇ ਲੜਕੀ ਦਾ ਬਲਾਤਕਾਰ ਕੀਤਾ। ਡੰਡੀ ਰਿਸ਼ਤੇ ਇੰਨੇ ਖੋਖਲੇ ਕਿਉਂ ਹੋ ਗਏ ਹਨ? ਪ੍ਰਸ਼ਨ ਚਿੰਨ੍ਹ 21ਵੀਂ ਸਦੀ ਆਧੁਨਿਕ ਯੁੱਗ ਵਿੱਚ ਵੀ ਅਸੀਂ ਅਵਾਰਾ ਪਸ਼ੂਆਂ ਵਾਲੀਆਂ ਹਰਕਤਾਂ ਕਿਉਂ ਕਰਦੇ ਹਾਂ? ਪ੍ਰਸ਼ਨ ਚਿੰਨ੍ਹ ਪਹਿਰਾ ਕਿਤੇ ਬਾਪ ਧੀ ਦੇ ਪੈਰੀਂ ਪੱਗ ਧਰਦਾ ਵਿਖਾਈ ਦਿੰਦਾ ਹੈ ਅਤੇ ਕਿਤੇ ਮਾਂ ਨਸ਼ੇ ਵਿੱਚ ਬੇਸ਼ੁੱਧ ਪੁੱਤ ਨੂੰ ਰੋਂਦੀ ਵਿਖਾਈ ਦਿੰਦੀ ਹੈ। ਕਿਤੇ ਬੁੱਢੇ ਮਾਪੇ ਬੇਘਰ ਹਨ ਅਤੇ ਕਿਤੇ ਗਰੀਬ ਕੋਲ ਛੱਤ ਨਹੀਂ। ਹਰ ਪਾਸੇ ਇਹ ਦਰਦਨਾਕ ਅਤੇ ਖੌਫ ਵਾਲਾ ਮੰਜ਼ਰ ਵੇਖ ਕੇ ਅੱਖਾਂ ਭਰ ਆਉਂਦੀਆਂ ਹਨ। ਡੰਡੀ ਕਦੋਂ ਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਆਪਣੇ ਮਰੇ ਜ਼ਮੀਰ ਨੂੰ ਜਗਾਉਣਗੇ ਤਾਂ ਜੋ ਹਰ ਘਰ ਹਰ ਇਨਸਾਨ ਖੁਸ਼ੀਆਂ ਨਾਲ ਜ਼ਿੰਦਗੀ ਬਤੀਤ ਕਰਦਾ ਨਜ਼ਰ ਆਵੇ? ਪ੍ਰਸ਼ਨ ਚਿੰਨ੍ਹ ਸਟਾਰਟ। ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਇੱਕੋ ਇੱਕ ਪੰਥਕ ਪਾਰਟੀ ਹੈ ਅਕਾਲੀ ਦਲ। ਡੰਡੀ ਇਹ ਅਕਾਲੀ ਦਲ ਅਕਾਲੀ ਸੋਚ ਰੱਖਣ ਵਾਲਿਆਂ ਦਾ ਸਾਂਝਾ ਅਕਾਲੀ ਦਲ ਹੁੰਦਾ ਸੀ, ਪਰ ਹੁਣ ਇਹ ਸਮੇਂ ਨਾਲ ਬਦਲ ਗਿਆ ਹੈ। ਡੰਡੀ ਪੰਜਾਬ ਵਾਸੀ ਸਾਰੀਆਂ ਚੋਣਾਂ ਲੜ ਰਹੀਆਂ ਪਾਰਟੀਆਂ ਬਾਰੇ ਸਭ ਕੁਝ ਭਲੀ ਭਾਂਤ ਜਾਣੂ ਹਨ। ਫਿਰ ਪੰਥਕ ਹੋਣ ਵਾਲੀ ਗੱਲ ਦੱਸਣ ਦੀ ਕੀ ਲੋੜ ਹੈ? ਪ੍ਰਸ਼ਨ ਚਿੰਨ੍ਹ ਪੰਜਾਬੀ ਵਿੱਚ ਜਾਣਦੇ ਹਨ ਕਿ ਪੰਥਕ ਸਰਕਾਰ ਨੇ ਕਿਹੜੇ ਵੱਡੇ ਪੰਥਕ ਕੰਮ ਕੀਤੇ ਹਨ? ਡੰਡੀ ਸਿੱਖ ਧਰਮ 'ਚ ਗੁਰਗੱਦੀ 'ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਇਲਜ਼ਾਮ ਲੱਗਣ ਵਾਲੇ ਸਾਧ ਨੂੰ ਸਿੱਖ ਰਹਿਤ ਮਰਿਆਦਾ ਦੇ
ਉਲਟ ਜਾ ਕੇ ਆਪਣੀ ਕੁਰਸੀ ਦੇ ਜ਼ੋਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਵਾਈ ਡੰਡੀ ਕਿ ਇਹ ਪੰਥਕ ਕਾਰਜ ਕੀਤਾ ਹੈ। ਪੰਥਕ ਸਰਕਾਰ ਨੇ ਪ੍ਰਸ਼ਨ ਚਿੰਨ੍ਹ ਇਸੇ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਇਨਸਾਫ ਦੀ ਮੰਗ ਕਰਦੀਆਂ ਹੋਈਆਂ ਸਿੱਖ ਸੰਗਤਾਂ 'ਤੇ ਜ਼ੁਲਮ ਢਾਇਆ ਗਿਆ ਅਤੇ ਫਾਇਰਿੰਗ ਕੀਤੀ ਗਈ, ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ। ਡੰਡੀ ਪੰਥਕ ਸਰਕਾਰ ਦੇ ਸੱਤਾ ਵਿੱਚ ਹੁੰਦਿਆਂ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਹੋਈਆਂ। ਇਨਸਾਫ ਅਜੇ ਤੱਕ ਨਹੀਂ ਮਿਲਿਆ ਤੇ ਇਹ ਅਜੇ ਵੀ ਆਪਣੇ ਆਪ ਨੂੰ ਪੰਥਕ ਦੱਸਦੇ ਹਨ। ਡੰਡੀ ਸਿੱਖਾਂ ਦੇ ਕੱਟੜ ਵਿਰੋਧੀ ਸ਼ਿਵ ਸੈਨਾ ਵਾਲੇ ਜੋ ਨਿੱਤ ਸਿੱਖਾਂ ਵਿਰੁੱਧ ਪ੍ਰਚਾਰ ਕਰਦੇ ਹਨ ਤੇ ਇਸ ਅਕਾਲੀ ਦਲ ਨੇ ਵੋਟਾਂ ਲੈਣ ਖਾਤਰ ਉਹਨਾਂ ਨਾਲ ਹੱਥ ਮਿਲਾ ਲਿਆ। ਡੰਡੀ ਇਸੇ ਅਕਾਲੀ ਦਲ ਉੱਤੇ ਨਸ਼ਾ ਵਿਕਰੀ ਦੇ ਦੋਸ਼ ਲੱਗਦੇ ਹਨ ਅਤੇ ਮਾਫੀਆ ਪੈਦਾ ਕਰਨ ਦੇ ਵੀ। ਡੰਡੀ ਵੋਟਾਂ ਮੰਗਣ ਲਈ ਇਹ ਪੰਜਾਬ ਦਾ ਕੋਈ ਡੇਰਾ ਨਹੀਂ ਛੱਡਦੇ। ਡੰਡੀ ਸੰਤ ਸਮਾਜ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਕਾਲੀ ਦਲ ਬਾਦਲ ਦੀ ਵੋਟਾਂ ਵਿੱਚ ਹਮਾਇਤ ਕੀਤੀ ਜਾਵੇਗੀ। ਡੰਡੀ ਇੱਥੇ ਜ਼ਿਕਰਯੋਗ ਹੈ ਇਹ ਵੀ ਹੈ ਕਿ ਜਿਹੜੇ ਸੰਤ ਬਾਬੇ ਹਨ ਉਹਨਾਂ ਦਾ ਕਿਸੇ ਪਾਰਟੀ ਨਾਲ ਖਾਸ ਲਗਾ ਨਹੀਂ ਹੁੰਦਾ, ਬਲਕਿ ਉਹਨਾਂ ਵਾਸਤੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕੋ ਜਿਹੇ ਹੁੰਦੇ ਹਨ। ਡੰਡੀ ਸੂਬੇ ਵਿੱਚ ਜਿੰਨੇ ਵੀ ਡੇਰੇ ਹਨ ਉਹਨਾਂ ਦਾ ਆਪਣੇ ਇਲਾਕੇ ਦੀਆਂ ਸੰਗਤਾਂ ਵਿੱਚ ਕਾਫੀ ਪ੍ਰਭਾਵ ਹੁੰਦਾ ਹੈ ਅਤੇ ਉਹਨਾਂ ਦੇ ਸੰਗੀ ਆਪਣੇ ਸੰਤ ਬਾਬਿਆਂ ਦੇ ਇਸ਼ਾਰੇ 'ਤੇ ਚੱਲਦੇ ਹਨ। ਡੰਡੀ ਇਸ ਹਮਾਇਤ ਨਾਲ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਲਈ ਸੰਗਤਾਂ ਵਿੱਚ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ। ਡੰਡੀ ਕਈ ਸੂਝਵਾਨ ਵੋਟਰ ਵੀ ਹੁੰਦੇ ਹਨ ਜਿਹੜੇ ਅਧਿਆਤਮਿਕ ਤੌਰ 'ਤੇ ਸੰਤਾਂ ਬਾਬਿਆਂ ਦੀ ਸੰਗਤ ਕਰਦੇ ਹਨ। ਉਹ ਬਾਕੀ ਦੁਨਿਆਵੀ ਫੈਸਲੇ ਆਪਣੀ ਮਰਜ਼ੀ ਨਾਲ ਕਰਦੇ ਹਨ। ਉਹਨਾਂ ਲੋਕਾਂ ਵਿੱਚ ਐਲਾਨ ਸੁਣ ਕੇ ਨਿਰਾਸ਼ਾ ਵੀ ਪਾਈ ਜਾਵੇਗੀ। ਡੰਡੀ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਜਿਹੜੀ ਪਾਰਟੀ ਨੇ ਸਿੱਖ ਮਰਿਆਦਾ ਦੇ ਉਲਟ ਜਾ ਕੇ ਸੌਦਾ ਸਾਧ ਨੂੰ ਮੁਆਫੀ ਦਵਾਈ ਹੈ, ਇਹ ਸੰਤ ਬਾਬੇ ਵੀ ਉਸ ਪਾਰਟੀ ਦੀ ਹਮਾਇਤ ਕਰ ਰਹੇ ਹਨ। ਇਸ ਦਾ ਸੰਗਤਾਂ 'ਚ ਕੀ ਪ੍ਰਭਾਵ ਜਾਵੇਗਾ? ਪ੍ਰਸ਼ਨ ਚਿੰਨ੍ਹ ਸੰਤਾਂ ਬਾਬਿਆਂ ਨੂੰ ਵੋਟਾਂ ਵਿੱਚ ਕਿਸੇ ਪਾਰਟੀ ਦੀ ਮਦਦ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਲੋਕਾਈ ਦਾ ਭਲਾ ਕਰਨ ਵਾਸਤੇ ਹੁੰਦੇ ਹਨ ਜੋ ਸਭ ਲਈ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਹਨ। ਡੰਡੀ ਪੰਜਾਬੀ ਵੋਟਰ ਸਾਰੇ ਸੂਝਵਾਨ ਹਨ। ਉਹਨਾਂ ਨੂੰ ਪਤਾ ਹੈ ਕਿ ਪੰਥਕ ਕੰਮ ਕਿਹੜੇ ਕੀਤੇ ਹਨ। ਡੰਡੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਪਾਰਟੀ ਦੀ ਪਛਾਣ ਕਰਦਿਆਂ ਵੋਟ ਪਾਉਣੀ ਹੈ। ਡੰਡੀ ਸਮਾਂ ਸੀ ਬਚਪਨ ਦਾ ਜਦ ਅਸੀਂ ਬਨੇਰਿਆਂ 'ਤੇ ਵੱਜਦੇ ਲਾਊਡ ਸਪੀਕਰਾਂ ਤੋਂ ਬਹੁਤਾ ਕਰਕੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਭੈਣਾਂ ਦੇ ਗੀਤ ਸੁਣਦਿਆਂ ਇਹਨਾਂ ਦੋਹਾਂ ਭੈਣਾਂ ਦੇ ਨਾਵਾਂ ਤੋਂ ਚੰਗੇ ਵਾਕਫ ਹੋ ਗਏ ਸੀ। ਡੰਡੀ ਫਿਰ ਸਾਡੇ ਗੁਆਂਢ ਵਿੱਚ ਚਾਚੇ ਉੱਤਮ ਦੇ ਮੁੰਡੇ ਨੇ
ਆਪਣਾ ਰੇਡੀਓ ਸੈੱਟ ਲੈ ਆਂਦਾ ਡੰਡੀ। ਅਸੀਂ ਸਕੂਲ ਦਾ ਕੰਮ ਛੇਤੀ ਛੇਤੀ ਨਿਬੇੜ ਕੇ ਰੇਡੂਆ ਸੁਣ ਜਾ ਬਹਿੰਦੇ ਡੰਡੀ। ਰੇਡੀਓ ਸੁਣਦਿਆਂ ਹੀ ਸਾਨੂੰ ਲਤਾ ਮੰਗੇਸ਼ਕਰ ਗਾਇਕਾ ਦਾ ਪਤਾ ਲੱਗਾ ਡੰਡੀ। ਅਸੀਂ ਉਦੋਂ ਸਮਝਦੇ ਸੀ ਕਿ ਰੇਡੀਓ ਵਾਲੇ ਪਤਾ ਨਹੀਂ ਕਿਉਂ ਲਤਾ ਮੰਗੇਸ਼ ਕੌਰ ਨੂੰ ਲਤਾ ਮੰਗੇਸ਼ਕਰ ਹੀ ਕਹੀ ਜਾਂਦੇ ਨੇ। ਪ੍ਰਸ਼ਨ ਚਿੰਨ੍ਹ ਆਪਣੇ ਉਹ ਦੁੜੰਗੇ ਮੈਨੂੰ ਹੁਣ ਤੱਕ ਯਾਦ ਨੇ। ਜਦ ਕਾਪੀਆਂ 'ਤੇ ਲਿਖਾਈਆਂ ਕਰਨ ਵਿੱਚ ਰੁੱਝਿਆਂ ਦੇ ਸਾਡੇ ਕੰਨੀ ਬਿੰਦੀਆਂ ਚਮਕੇਗੀ ਦੇ ਬੋਲ ਪੈਣੇ ਤਾਂ ਅਸੀਂ ਵਾਹੋ ਦਾਹੀ ਚਾਚੇ ਦੇ ਘਰ ਭੱਜੇ ਜਾਣਾ। ਜਿਵੇਂ ਕਿਤੇ ਉੱਥੇ ਲਤਾ ਮੰਗੇਸ਼ਕਰ ਸਟੇਜ 'ਤੇ ਗਾ ਰਹੀ ਵੇਖਣੀ ਹੋਵੇ ਡੰਡੀ। ਚਾਚੇ ਦੇ ਮੁੰਡੇ ਨੇ ਰੇਡੀਓ ਦੀ ਆਵਾਜ਼ ਹੋਰ ਚੁੱਕਦਿਆਂ ਕਹਿਣਾ, ਦੇਖ ਕਿੱਦਾਂ ਕੋਇਲ ਵਾਂਗ ਬੋਲਦੀ ਐ ਲਤਾ ਡੰਡੀ। ਮਾਰ ਦਿਆ ਜਾਏ ਜਾਂ ਛੋੜ ਦਿਆ ਜਾਏ ਗਾਣੇ ਦੇ ਤਾਂ ਅਸੀਂ ਦੀਵਾਨੇ ਹੀ ਹੋ ਗਏ ਸਾਂ ਡੰਡੀ। ਚਾਚੇ ਦਾ ਮੁੰਡਾ ਕਦੇ ਕਦੇ ਲਾਹੌਰ ਰੇਡੀਓ ਸਟੇਸ਼ਨ ਲਾ ਦਿੰਦਾ ਤਾਂ ਅਸੀਂ ਝੂਮ ਝੂਮ ਕੇ ਪਾਕਿਸਤਾਨੀ ਗਾਇਕਾ ਨੂਰ ਜਹਾਂ ਨੂੰ ਸੁਣਦੇ। ਹਾਏ ਹਾਏ ਵੱਜੇ ਦੋ ਹੌਲੀ ਜਿਹੇ ਲੈਣਾ ਮੇਰੇ ਨਾਂ। ਜਦ ਲਾਹੌਰ ਰੇਡੀਓ ਦੇ ਅਨਾਉਂਸਰ ਨੂਰ ਜਹਾਂ ਦਾ ਨਾਮ ਬੋਲਣ ਲੱਗਿਆਂ ਵਿਸ਼ੇਸ਼ਣ ਵਜੋਂ ਮਲਕਾ ਏ ਤਰੰਨਮ ਕਹਿੰਦੇ ਤਾਂ ਅਸੀਂ ਇਸ ਸ਼ਬਦ ਨੂੰ ਵੀ ਧਰਨਮ ਵਜੋਂ ਵਿਗਾੜ ਕੇ ਹੱਸਦੇ ਡੰਡੀ। ਨੂਰ ਜਹਾਂ ਦੇ ਜ਼ਿਕਰ ਤੋਂ ਫਿਰ ਵਿਛੜੀ ਲਤਾ ਮੰਗੇਸ਼ਕਰ ਦੀ ਗੱਲ ਕਰ ਲਈਏ ਡੰਡੀ। ਮੈਨੂੰ ਪੱਕਾ ਯਾਦ ਨਹੀਂ ਕਿ ਇਹ ਗੱਲ ਮੈਂ ਕਿਸੇ ਗਾਇਕ ਦੇ ਇੰਟਰਵਿਊ 'ਚੋਂ ਸੁਣੀ ਸੀ ਜਾਂ ਸੰਗੀਤ ਬਾਰੇ ਕਿਸੇ ਮੈਗਜ਼ੀਨ 'ਚੋਂ ਪੜ੍ਹੀ ਹੋਵੇਗੀ ਡੰਡੀ। ਉਹ ਇਹ ਕਿ ਕਹਿੰਦੇ ਇੱਕ ਵਾਰ ਲਤਾ ਮੰਗੇਸ਼ਕਰ ਨੇ ਭਾਰਤ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਪਾਕਿਸਤਾਨ ਅਤੇ ਭਾਰਤ ਵਿਚਾਲੇ ਲੜਾਈ ਦੀ ਜੜ ਸਮਝੇ ਜਾਂਦੇ ਕਸ਼ਮੀਰ ਨੂੰ ਪਾਕਿਸਤਾਨ ਨੂੰ ਸੌਂਪ ਦੇਵੇ ਅਤੇ ਉਸਦੇ ਬਦਲੇ ਵਿੱਚ ਉਹਨਾਂ ਤੋਂ ਮਲਕਾ ਏ ਤਰੰਨਮ ਨੂਰ ਜਹਾਂ ਲੈ ਲਵੇ ਡੰਡੀ। ਇੱਕ ਸੁਰੀਲੀ ਨੂੰ ਹੀ ਸੁਰੀਲੀ ਦੀ ਕੀਮਤ ਦਾ ਪਤਾ ਹੋ ਸਕਦਾ ਡੰਡੀ। ਥੋੜ੍ਹੇ ਦਿਨਾਂ ਤੋਂ ਸਵਰਗੀ ਹੋ ਗਈ ਲਤਾ ਜੀ ਦੀ ਨਜ਼ਰ ਵਿੱਚ ਏਡੀ ਕੀਮਤੀ ਨੂਰ ਜਹਾਂ ਦੀ ਲਾਉਣ ਨੂੰ ਲੈ ਕੇ ਵੀ ਇੱਕ ਗੱਲ ਯਾਦ ਆ ਗਈ ਡੰਡੀ। ਲਾਹੌਰ ਰੇਡੀਓ ਤੋਂ ਪ੍ਰਸਾਰਿਤ ਹੋਏ ਇੱਕ ਇੰਟਰਵਿਊ ਵਿੱਚ ਨੂਰ ਜਹਾਂ ਤੋਂ ਪੁੱਛਿਆ ਗਿਆ ਕਿ ਸਭ ਤੋਂ ਪਹਿਲਾਂ ਉਸਨੇ ਕਿੱਥੇ ਤੇ ਕਦੋਂ ਗਾਇਆ ਸੀ। ਪ੍ਰਸ਼ਨ ਚਿੰਨ੍ਹ ਉਸਨੇ ਬੜੀ ਭਾਵਕ ਹੁੰਦਿਆਂ ਦੱਸਿਆ ਸੀ ਕਿ ਵੰਡ ਤੋਂ ਪਹਿਲਾਂ 1 ਸਾਲ ਮੈਂ ਮਸਾਣੀ ਪਿੰਡ ਆਪਣੇ ਨਾਨਕੇ ਗਈ ਹੋਈ ਸਾਂ ਡੰਡੀ। ਉੱਥੇ ਦਰਗਾਹ ਉੱਤੇ ਕੋਈ ਮੇਲਾ ਲੱਗਿਆ ਹੋਇਆ ਸੀ ਡੰਡੀ। ਨਾਨਾ ਜੀ ਆਪਣਾ ਹੱਥ ਫੜਾ ਕੇ ਮੈਨੂੰ ਦਰਗਾਹ ਤੋਂ ਲੈ ਗਏ ਡੰਡੀ। ਨਾਨਾ ਜੀ ਦੀ ਹੱਲਾਸ਼ੇਰੀ ਨਾਲ ਮੈਂ ਉੱਥੇ ਪਹਿਲੀ ਵਾਰ
ਨਾਤ ਗਈ ਜੋ ਮੇਰੇ ਨਾਨਾ ਜੀ ਨੇ ਹੀ ਮੈਨੂੰ ਸਿਖਾਈ ਸੀ ਡੰਡੀ। ਲਓ ਜੀ, ਮਸਾਣੀ ਪਿੰਡ ਦਾ ਨਾਂ ਸੁਣ ਕੇ ਮੇਰੇ ਦਿਲ ਵਿੱਚ ਉਹ ਦਰਗਾਹ ਦੇਖਣ ਦੀ ਚਾਹਤ ਜਾਗੀ ਡੰਡੀ, ਕਿਉਂਕਿ ਜਿਨ੍ਹਾਂ ਦੇ ਘਰ ਅਸੀਂ ਰੇਡੀਓ ਸੁਣਨ ਜਾਂਦੇ ਹੁੰਦੇ ਸੀ ਉਹਨਾਂ ਦੀ ਹੀ ਇੱਕ ਕੁੜੀ ਗੁਰਾਇਆ ਲਾਗੇ ਦੇ ਉਕਤ ਪਿੰਡ ਮਸਾਣੀ ਵਿਆਹੀ ਹੋਈ ਸੀ ਡੰਡੀ। ਛੇਤੀ ਹੀ ਮੇਰੀ ਰੀਝ ਪੂਰੀ ਹੋ ਗਈ ਡੰਡੀ। ਉਸ ਕੁੜੀ ਦੇ ਘਰੇ ਕੋਈ ਕਾਰਜ ਸੀ ਤੇ ਮੈਂ ਮਸਾਣੀ ਜਾ ਪਹੁੰਚਿਆ ਸੀ ਡੰਡੀ। ਬੜੀ ਖੁੱਲ੍ਹੀ ਡੁੱਲੀ ਜਗ੍ਹਾ ਵਿੱਚ ਕਿਸੇ ਮੁਸਲਿਮ ਪੀਰ ਦੀ ਯਾਦ ਵਿੱਚ ਬਣੀ ਹੋਈ ਉਸ ਦਰਗਾਹ ਅੰਦਰ ਜਾ ਕੇ ਮੈਂ ਮਨ ਹੀ ਮਨ ਨੂਰ ਜਹਾਂ ਦੇ ਬਚਪਨ ਵਾਲੇ ਚੇਨ ਚੱਕਰ ਬਾਰੇ ਕਿਆਸ ਲਾਏ ਕਿ ਇੱਥੇ ਕਿਤੇ ਹੀ ਨਿੱਕੇ ਨਿੱਕੇ ਪੈਰਾਂ ਨਾਲ ਤੁਰਦੀ ਆਈ ਹੋਵੇਗੀ। ਉਹ ਉਸ ਵੇਲੇ ਮਸਾਣੀ ਵਾਲਿਆਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਦੋਹਤੀ ਕਦੇ ਗੀਤਾਂ ਦੀ ਮਲਕਾ ਦਾ ਲਕਬ ਗ੍ਰਹਿਣ ਕਰ ਲਵੇਗੀ ਅਤੇ ਉਹ ਦੂਜੇ ਦੇਸ਼ ਦੀ ਨਾਗਰਿਕ ਬਣ ਜਾਏਗੀ, ਜਿਹਨੂੰ ਆਪਣੇ ਦੇਸ਼ ਦੀ ਗਾਇਕਾ ਬਣਾਉਣ ਵਾਸਤੇ ਸਾਡੇ ਗੀਤਾਂ ਦੇ ਮਲਕਾ ਲਤਾ ਮੰਗੇਸ਼ਕਰ ਬਦਲੇ ਵਿੱਚ ਕਸ਼ਮੀਰ ਦੇ ਦੇਣ ਦਾ ਮਸ਼ਵਰਾ ਦੇਵੇਗੀ ਸਰਕਾਰ ਨੂੰ ਡੰਡੀ। ਹੁਣ ਦੋਏ ਆਵਾਜ਼ਾਂ ਅਗੰਮ ਤੇ ਅਨੰਤ ਵਿੱਚ ਸਮਾ ਗਈਆਂ ਹਨ ਡੰਡੀ। ਸਟਾਰਟ। ਸੰਸਾਰ ਮਨੁੱਖ ਦਾ ਨਿਵਾਸ ਸਥਾਨ ਹੈ ਤੇ ਇਹ ਸੰਸਾਰ ਅਨੇਕ ਸਮੱਸਿਆਵਾਂ ਨਾਲ ਭਰਿਆ ਹੋਇਆ ਹੈ ਡੰਡੀ। ਇਹ ਸਮੱਸਿਆਵਾਂ ਵਿਗਿਆਨ ਤੇ ਤਕਨਾਲੋਜੀ, ਰਾਜਨੀਤੀ, ਆਰਥਿਕਤਾ ਅਤੇ ਮਾਨਵੀ ਮਾਮਲਿਆਂ ਨਾਲ ਸੰਬੰਧਿਤ ਹਨ ਡੰਡੀ। ਇਹਨਾਂ ਸਮੱਸਿਆਵਾਂ ਕਾਰਨ ਇਹ ਸੰਸਾਰ ਵਿਰੋਧਤਾਈਆਂ ਭਰਪੂਰ ਬਣ ਗਿਆ ਹੈ ਡੰਡੀ। ਖੇਤਰੀ ਟਕਰਾਓ ਪੈਦਾ ਹੋ ਜਾਂਦੇ ਹਨ ਡੰਡੀ। ਧਾਰਮਿਕ ਅਤੇ ਨਸਲੀ ਵਿਰੋਧ ਭਟਕ ਰਹੇ ਹਨ ਡੰਡੀ। ਇਹਨਾਂ ਦੇ ਨਤੀਜੇ ਵਜੋਂ ਖਤਰਨਾਕ ਹਾਲਾਤ ਪੈਦਾ ਹੋ ਰਹੇ ਹਨ ਡੰਡੀ। ਮਨੁੱਖੀ ਜੀਵਨ ਉਲਝਦਾ ਜਾ ਰਿਹਾ ਹੈ ਡੰਡੀ। ਸਗੋਂ ਇਹ ਮਨੁੱਖਾਂ ਵਰਗਾ ਜੀਵਨ ਰਹਿ ਹੀ ਨਹੀਂ ਗਿਆ ਡੰਡੀ। ਪ੍ਰਮੁੱਖ ਗੱਲ ਇਹ ਹੈ ਕਿ ਇਸ ਅਜੋਕੇ ਜੀਵਨ ਨੂੰ ਮਨੁੱਖਾਂ ਦੇ ਯੋਗ ਬਣਾਇਆ ਜਾਵੇ ਡੰਡੀ। ਪਰ ਖਾਸ ਕਰਕੇ ਮਹੱਤਵਪੂਰਨ ਗੱਲ ਇਹ ਹੈ ਕਿ ਨਵੀਂ ਸੋਚ ਨੇ ਅਤੇ ਅੰਤਰਰਾਜੀ ਸੰਬੰਧਾਂ ਨੂੰ ਵਿਚਾਰਧਾਰਾ ਰਹਿਤ ਬਣਾਏ ਜਾਣ ਦੇ ਯਤਨਾਂ ਨੇ ਵਾਸਤਵ ਵਿੱਚ ਸੰਸਾਰ ਵਿਆਪੀ ਟਕਰਾਓ ਦੇ ਇੱਕ ਸੋਮੇ ਦਾ ਅੰਤ ਕਰ ਦਿੱਤਾ ਹੈ ਡੰਡੀ। ਇਹ ਸੋਮਾ ਸਹੀ ਤੌਰ 'ਤੇ ਵਿਚਾਰਧਾਰਕ ਮਤਭੇਦ ਹੀ ਸੀ ਡੰਡੀ। ਵਿਰੋਧੀ ਦੇਸ਼ਾਂ ਦੀਆਂ ਸਰਕਾਰਾਂ ਅਤੇ ਹਾਕਮ ਹਲਕਿਆਂ ਨੇ ਸਾਲਾਂ ਤੱਕ ਇਹ ਬਿੰਬ ਕਾਇਮ ਰੱਖਿਆ ਹੈ ਡੰਡੀ। ਇਹ ਉਹਨਾਂ ਦੀ ਨੀਤੀ ਦਾ ਨਿਰਣਾ ਕਰਦਾ ਸੀ ਡੰਡੀ। ਇਹ ਬਿੰਬ ਹੁਣ ਅਲੋਪ ਹੋ ਗਿਆ ਹੈ ਡੰਡੀ। ਹਥਿਆਰ ਘਟਾਈ ਦੇ ਅਮਲ ਵਜੋਂ ਪ੍ਰਾਪਤ ਕੀਤੀ ਜਾ ਰਹੀ ਸਫਲਤਾ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਡੰਡੀ। ਇਹ ਸਭ ਕੁਝ ਬਿਨਾਂ ਸ਼ੱਕ ਸਾਂਝੇ ਯੂਰਪੀ ਘਰ ਦੀ ਸਲਾਮਤੀ ਵਿੱਚ ਵਾਧਾ
ਕਰਦਾ ਹੈ ਡੰਡੀ। ਅੱਗੋਂ ਇਸ ਗੱਲ ਦਾ ਸਾਰੇ ਸੰਸਾਰ ਦੇ ਹਾਲਾਤ ਉੱਤੇ ਹਾਂ ਪੱਖੀ ਪ੍ਰਭਾਵ ਪੈਂਦਾ ਹੈ ਡੰਡੀ। ਆਰਥਿਕ ਖੇਤਰ ਵਿੱਚ ਦੋ ਮੁੱਖ ਗੱਲਾਂ ਹਨ ਡੰਡੀ। ਪਹਿਲੀ ਪੂਰਬ ਪੱਛਮ ਸੰਬੰਧ ਅਤੇ ਦੂਜੀ ਉੱਤਰ ਦੱਖਣ ਸੰਬੰਧ ਡੰਡੀ। ਪੂਰਬ ਪੱਛਮ ਸੰਬੰਧ ਤਾਂ ਬਹੁਤ ਕਾਰਗਰ ਹਨ ਡੰਡੀ। ਇਸ ਕਰਕੇ ਰਾਜਨੀਤਿਕ ਹਾਲਤ ਦੇ ਵਧੇਰੇ ਸਥਿਰ ਬਣਦੀ ਜਾਣ ਨਾਲ ਇੱਕ ਮੁੱਠਤਾ ਦਾ ਅਮਲ ਹੋਰ ਤੇਜ਼ ਹੋ ਜਾਵੇਗਾ ਡੰਡੀ। ਜਿੱਥੋਂ ਤੱਕ ਉੱਤਰ ਦੱਖਣ ਸੰਬੰਧਾਂ ਦੀ ਗੱਲ ਹੈ, ਉਹ ਸਭ ਤੋਂ ਦੁਖਦਾਈ ਮਸਲਾ ਹੈ ਡੰਡੀ। ਆਰਥਿਕ ਵਿਕਾਸ ਦੇ ਪੱਧਰਾਂ ਵਿੱਚ ਬਹੁਤ ਵੱਡਾ ਪਾੜਾ ਹੈ ਡੰਡੀ। ਲੋਕਾਂ ਨੂੰ ਪ੍ਰਾਪਤ ਸਮਾਜਿਕ ਸੁਰੱਖਿਆ ਦੇ ਪੱਧਰ ਵੀ ਬਹੁਤ ਵੱਖ ਵੱਖ ਹਨ ਡੰਡੀ। ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਵਾਲਾ ਅਖਾੜਾ ਭਖ ਚੁੱਕਿਆ ਹੈ ਤੇ ਸਾਰੀਆਂ ਪਾਰਟੀਆਂ ਅਤੇ ਉਮੀਦਵਾਰ ਵਾਅਦਿਆਂ, ਐਲਾਨਨਾਮਿਆਂ ਤੇ ਖੋਖਲੇ ਕੌਲ ਕਰਾਰਾਂ ਨਾਲ ਹਰ ਕਿਸਮ ਦੇ ਲੋਭ ਲਾਲਚ ਦੇ ਕੇ ਵੋਟਰਾਂ ਨੂੰ ਭਰਮਾਉਣ 'ਚ ਉਲਝੇ ਹੋਏ ਹਨ ਡੰਡੀ। ਜਿਸ ਤਰੀਕੇ ਨਾਲ ਪ੍ਰਭਾਵਿਤ ਸੂਬਿਆਂ, ਵਿਸ਼ੇਸ਼ ਤੌਰ 'ਤੇ ਯੂਪੀ ਤੇ ਪੰਜਾਬ 'ਚ ਰਾਜਸੀ ਨੇਤਾਵਾਂ ਵਿਚਕਾਰ ਉਥਲ ਪੁਥਲ, ਖਰੀਦੋ ਫਰੋਖਤ, ਕੈਬਨਿਟ ਮੰਤਰੀਆਂ ਵਿਧਾਇਕਾਂ ਵੱਲੋਂ ਅਸਤੀਫਿਆਂ ਦੀ ਭਰਮਾਰ ਅਤੇ ਡਰਾਉਣ ਧਮਕਾਉਣ ਵਾਲੀਆਂ ਨਿੰਦਣਯੋਗ ਘਟਨਾਵਾਂ ਵਾਪਰ ਰਹੀਆਂ ਹਨ, ਉਸ ਨਾਲ ਲੋਕਤੰਤਰ, ਸਿਆਸੀ ਸ਼ਿਸ਼ਟਾਚਾਰ ਤੇ ਕਦਰਾਂ ਕੀਮਤਾਂ ਨੂੰ ਗਹਿਰੀ ਸੱਟ ਵੱਜੀ ਹੈ ਡੰਡੀ। ਲੋਕ ਸਭਾ ਚੋਣਾਂ ਦੌਰਾਨ ਫੌਜ ਦਾ ਸਿਆਸੀਕਰਨ ਦਬਾ ਕੇ ਕੀਤਾ ਗਿਆ ਤੇ ਉਸ ਦਾ ਫਾਇਦਾ ਭਾਜਪਾ ਨੂੰ ਤਾਂ ਹੋਇਆ, ਪਰ ਨੁਕਸਾਨ ਦੇਸ਼ ਤੇ ਫੌਜ ਦਾ, ਜਿਸ ਦਾ ਖਮਿਆਜ਼ਾ ਤਾਂ ਆਉਣ ਵਾਲੀਆਂ ਨਸਲਾਂ ਨੂੰ ਹੀ ਭੁਗਤਣਾ ਪੈ ਸਕਦਾ ਹੈ ਡੰਡੀ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅੱਜ ਵੀ ਇਹ ਰੁਝਾਨ ਜਾਰੀ ਹੈ ਡੰਡੀ। ਫੌਜ ਦੀ ਬੁਨਿਆਦ ਧਰਮ ਨਿਰਪੱਖਤਾ, ਗੈਰ ਫਿਰਕੂ ਤੇ ਗੈਰ ਸਿਆਸੀ ਸਿਧਾਂਤ 'ਤੇ ਰੱਖੀ ਗਈ ਸੀ, ਜਿਸ ਵਿੱਚ ਦੇਸ਼ ਦੇ ਹਰ ਵਰਗ, ਧਰਮ, ਜਾਤ, ਮਤ ਤੇ ਵੱਖ ਵੱਖ ਇਲਾਕਿਆਂ ਦੀ ਸ਼ਮੂਲੀਅਤ ਕੀਤੀ ਗਈ, ਜੋ ਕਿ ਅਨੇਕਤਾ 'ਚ ਕੌਮੀ ਏਕਤਾ ਦਾ ਪ੍ਰਤੀਕ ਹੈ। ਉਸ ਵਿੱਚ ਵੰਡੀਆਂ ਪਾਉਣਾ ਜਾਇਜ਼ ਨਹੀਂ ਡੰਡੀ। ਭਰਾ ਹਾਂ, ਸਾਬਕਾ ਫੌਜੀਆਂ ਦੀ ਸਿਆਸਤ 'ਚ ਸ਼ਮੂਲੀਅਤ ਸੰਵਿਧਾਨਕ ਹੱਕ ਹੈ ਤੇ ਲੋੜ ਵੀ ਹੈ ਤਾਂ ਕਿ ਉਹ ਪਾਰਲੀਮੈਂਟ ਜਾਂ ਵਿਧਾਨ ਸਭਾ 'ਚ ਪਹੁੰਚ ਕੇ ਫੌਜੀਆਂ ਦੇ ਹਿੱਤਾਂ ਦੀ ਰਖਵਾਲੀ ਕਰਨ, ਪਰ ਉਹ ਤਾਂ ਕੇਵਲ ਆਪਣੇ ਰਾਜ ਭਾਗ ਨੂੰ ਕਾਇਮ ਰੱਖਣ 'ਚ ਰੁੱਝ ਜਾਂਦੇ ਹਨ ਅਤੇ ਉਹ ਸੰਸਥਾ ਜਿਸ ਨੇ ਉਹਨਾਂ ਨੂੰ ਇਸ ਦੇ ਕਾਬਲ ਬਣਾਇਆ ਹੈ, ਉਸ ਨੂੰ ਵਿਸਾਰ ਦਿੱਤਾ ਜਾਂਦਾ ਹੈ ਡੰਡੀ। ਪੰਜਾਬ 'ਚ ਤਾਂ ਇੱਕ ਸਿਆਸੀ ਪਾਰਟੀ ਉੱਚ ਸਾਬਕਾ ਫੌਜੀ ਅਧਿਕਾਰੀਆਂ ਨੂੰ ਬੜੀ ਤੇਜ਼ੀ ਨਾਲ ਆਪਣੀ ਪਾਰਟੀ 'ਚ ਸ਼ਾਮਲ ਕਰਨ 'ਚ ਰੁੱਝੀ ਹੋਈ ਹੈ ਡੰਡੀ। ਇੱਥੋਂ ਤੱਕ ਕਿ ਇੱਕ
ਸਾਬਕਾ ਸੈਨਾ ਮੁਖੀ ਤੇ ਬਾਅਦ 'ਚ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਰਹਿ ਚੁੱਕੇ। ਭਾਵੇਂ ਉਹ ਪਹਿਲਾਂ ਚੋਣ ਬੁਰੀ ਤਰ੍ਹਾਂ ਹਾਰ ਵੀ ਗਏ, ਪਰ ਅੱਜ ਵੀ ਟੱਪ ਛੜੱਪ ਮਾਰ ਕੇ ਗਿਰਗਟ ਵਾਂਗੂ ਰੰਗ ਬਦਲ ਕੇ ਸਿਆਸੀ ਨਰਕ ਭੋਗਣ ਤੋਂ ਸੰਕੋਚ ਨਹੀਂ ਕਰ ਰਹੇ ਡੰਡੀ। ਕਈ ਅਫਸਰਾਂ ਨੇ ਤਾਂ ਕਦੇ ਪਿੰਡਾਂ ਵੱਲ ਨੂੰ ਗੇੜਾ ਵੀ ਨਹੀਂ ਲਾਇਆ ਤੇ ਵੋਟਾਂ ਨਹੀਂ ਬਣਾਈਆਂ। ਜੇ ਬਣ ਗਈਆਂ ਤਾਂ ਪਾਈਆਂ ਨਹੀਂ। ਪਰ ਕੁਝ ਅਜਿਹੇ ਸਾਬਕਾ ਫੌਜੀ ਹੁਣ ਮੋਦੀ ਦੇ ਗੁਣ ਗਾਇਨ ਇਸ ਲਈ ਕਰ ਰਹੇ ਹਨ ਤਾਂ ਕਿ ਉਹਨਾਂ ਨੂੰ ਵੀ ਕੁਝ ਚੋਗਾ ਪੈ ਜਾਵੇ ਡੰਡੀ। ਦੱਸਣਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਜਦੋਂ BJP ਨੇ ਕਿਸੇ ਕਾਲੋਂ ਨੂੰ ਟਿਕਟ ਦਿੱਤੀ ਤਾਂ ਇੱਕ ਚੈਨਲ ਨੇ ਮੇਰੀ ਫੋਟੋ ਹੇਠ ਨਾਮ ਉਸ ਦਾ ਦਰਜ ਕਰਵਾ ਦਿੱਤਾ ਡੰਡੀ। ਕੀ ਇਹ ਵਾਜਬ ਹੈ? ਅਜਿਹਾ ਕਿਉਂ? ਪ੍ਰਸ਼ਨ ਚਿੰਨ੍ਹ ਸਟਾਰਟ। ਗੌਰਮੈਂਟ ਦੀ ਤਜਵੀਜ਼ ਸੀ ਕਿ ਨਵੇਂ ਸਿਖਿਆਰਥੀਆਂ ਨੂੰ ਕਿਸੇ ਨਾ ਕਿਸੇ ਕਿੱਤੇ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸਾਡੇ ਬੱਚਿਆਂ ਵਿੱਚ ਫੈਲਦੇ ਅਸੰਤੋਸ਼ ਨੂੰ ਰੋਕਿਆ ਜਾ ਸਕੇ ਡੰਡੀ। ਜਿੱਥੇ ਇਹ ਕੰਮ ਬਹੁਤ ਹੀ ਮੁਸ਼ਕਲ ਹੈ ਉੱਥੇ ਇਸ ਦੀ ਮਹੱਤਤਾ ਵੀ ਬਹੁਤ ਜ਼ਿਆਦਾ ਹੈ ਡੰਡੀ। ਤੁਹਾਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ ਕਿ ਅਸੀਂ ਇਸ ਤਜਵੀਜ਼ ਨੂੰ ਲਾਗੂ ਕੀਤਾ ਹੈ ਡੰਡੀ। ਇਸ ਸਮੇਂ ਬਹੁਤ ਸਾਰੇ ਸਿਖਿਆਰਥੀ ਅਨੇਕਾਂ ਕਿੱਤਿਆਂ ਦੀ ਸਿਖਲਾਈ ਵਿੱਚ ਲੱਗੇ ਹੋਏ ਹਨ ਡੰਡੀ। ਇਸ ਸਕੀਮ ਦਾ ਜੋ ਜਾਇਜ਼ਾ ਪੇਸ਼ ਕੀਤਾ ਗਿਆ ਹੈ ਉਸ ਤੋਂ ਸਾਨੂੰ ਉਤਸ਼ਾਹ ਮਿਲਿਆ ਹੈ ਡੰਡੀ। ਮੇਰੀ ਤਮੰਨਾ ਹੈ ਕਿ ਅਸੀਂ ਆਪਣੇ ਸੂਬੇ ਨੂੰ ਉੱਨਤੀ ਦੀ ਟੀਸੀ ਉੱਤੇ ਲੈ ਜਾਈਏ ਡੰਡੀ। ਇਸ ਵਿੱਚ ਸਾਰਿਆਂ ਦਾ ਲਾਭ ਹੈ ਅਤੇ ਸਭ ਦੀ ਆਰਥਿਕ ਅਵਸਥਾ ਚੰਗੀ ਹੋਵੇਗੀ ਡੰਡੀ। ਇਹੋ ਸਮੇਂ ਦੀ ਲੋੜ ਹੈ ਡੰਡੀ। ਪੈਰਾ ਸਾਡੇ ਦੇਸ਼ ਦੇ ਬਹੁਤੇ ਵਸਨੀਕ ਆਪਣੇ ਦੇਸ਼ ਦੁਆਰਾ ਕੀਤੀ ਉੱਨਤੀ ਤੋਂ ਖੁਸ਼ ਨਹੀਂ ਕਿਉਂਕਿ ਉਸ ਤੋਂ ਸਾਰਿਆਂ ਨੂੰ ਲਾਭ ਨਹੀਂ ਪੁੱਜਾ ਡੰਡੀ। ਬਹੁਤੇ ਲੋਕਾਂ ਲਈ ਰੋਜੀ ਰੋਟੀ ਦਾ ਮਸਲਾ ਬਹੁਤ ਵੱਡਾ ਮਸਲਾ ਹੈ ਡੰਡੀ। ਅਜਿਹੇ ਅਨੇਕਾਂ ਵਸਨੀਕਾਂ ਦੀ ਪਹੁੰਚ ਕਮਾਈ ਦੇ ਚੰਗੇ ਸਾਧਨਾਂ ਤੱਕ ਨਹੀਂ ਹੈ ਡੰਡੀ। ਸਾਰੇ ਪਾਸੇ ਅਸੰਤੋਸ਼ ਫੈਲਿਆ ਹੋਇਆ ਹੈ ਡੰਡੀ। ਆਜ਼ਾਦੀ ਦੇ 50 ਸਾਲ ਪਿੱਛੋਂ ਵੀ ਭੁੱਖ ਅਤੇ ਨੰਗ ਦੀ ਉਦਾਹਰਣ ਸਾਡੇ ਸਾਹਮਣੇ ਹੈ ਡੰਡੀ। ਦੂਜੇ ਪਾਸੇ ਇੱਕ ਟੋਲਾ ਅਜਿਹਾ ਹੈ ਜੋ ਬਹੁਤ ਖੁਸ਼ ਹੈ ਡੰਡੀ। ਉਹਨਾਂ ਪਾਸ ਸਾਰਾ ਆਰਥਿਕ ਤੇ ਰਾਜਸੀ ਸੁੱਖ ਹੈ ਡੰਡੀ। ਦੋਵਾਂ ਧਿਰਾਂ ਵਿੱਚ ਪਾੜਾ ਬਹੁਤ ਜ਼ਿਆਦਾ ਹੈ ਡੰਡੀ। ਇੱਕ ਧਿਰ ਮਾਯੂਸ ਅਤੇ ਦੂਜੀ ਖੁਸ਼ ਹੈ ਡੰਡੀ। ਸੁਖੀ ਲੋਕ ਜ਼ਿਆਦਾ ਸੁਖੀ ਹੋਣਾ ਚਾਹੁੰਦੇ ਹਨ ਡੰਡੀ। ਗੌਰਮੈਂਟ ਨਿਤਾਣੇ ਲੋਕਾਂ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ ਡੰਡੀ। ਦੇਖਦੇ ਹਾਂ ਇਹ ਸੁਪਨਾ ਕਦੋਂ ਪੂਰਾ ਹੁੰਦਾ ਹੈ ਡੰਡੀ। ਵੈਲਨਟਾਈਨ ਡੇ ਪੱਛਮ ਦਾ ਰਵਾਇਤੀ ਤਿਉਹਾਰ ਹੈ ਡੰਡੀ। ਇਸ ਦਿਨ ਨੇ ਆਪਣੀਆਂ ਜੜ੍ਹਾਂ ਛੋਟੇ ਸ਼ਹਿਰਾਂ ਤੋਂ ਲੈ ਕੇ
ਪਿੰਡਾਂ ਤੱਕ ਪਸਾਰ ਲਈਆਂ ਹਨ ਡੰਡੀ। ਵੈਲੈਂਟਾਈਨ ਡੇ ਵਾਲੇ ਦਿਨ ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗੁਲਾਬ ਦੇ ਫੁੱਲ ਅਤੇ ਤੋਹਫੇ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਡੰਡੀ। ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਪਿਆਰ ਨੂੰ ਸਮਝਣਾ ਹੀ ਅਸਲ ਵਿੱਚ ਪਿਆਰ ਕਰਨਾ ਹੈ ਡੰਡੀ। ਪਿਆਰ ਤਾਂ ਅਹਿਸਾਸ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਡੰਡੀ। ਪਿਆਰ ਛੋਟਾ ਜਿਹਾ ਸ਼ਬਦ ਹੈ ਜੋ ਆਪਣੇ ਅੰਦਰ ਬੜਾ ਕੁਝ ਸਮੋਈ ਬੈਠਾ ਹੈ ਡੰਡੀ। ਇਸ ਦਾ ਭੇਦ ਉਹੀ ਪਾ ਸਕਦਾ ਹੈ ਜੋ ਇਸ ਦੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ ਡੰਡੀ। ਪਿਆਰ ਹਰ ਇੱਕ ਦੇ ਦਿਲ 'ਚ ਉਪਜਦਾ ਹੈ, ਪਰ ਕਦੀ ਕਦਾਈ ਇਹ ਨਫ਼ਰਤ ਦੀਆਂ ਢੇਰੀਆਂ ਹੇਠ ਦੱਬ ਕੇ ਰਹਿ ਜਾਂਦਾ ਹੈ ਅਤੇ ਕਦੀ ਕਦਾਈ ਇਹ ਅਮਰ ਹੋ ਜਾਂਦਾ ਹੈ ਡੰਡੀ। ਪਿਆਰ ਕਰਨ ਵਾਲਿਆਂ ਨੂੰ ਹਰਦਮ ਚਾਹਤ ਲੱਗੀ ਰਹਿੰਦੀ ਹੈ ਪਿਆਰੇ ਦੇ ਮਿਲਣ ਦੀ ਡੰਡੀ। ਦਿਨ ਰਾਤ ਦਿਲਦਾਰ ਦੇ ਪਿਆਰ 'ਚ ਗੜੁੱਚ ਹੋਇਆ ਯਾਰ ਦੇ ਦਰਸ਼ਨਾਂ ਦੀ ਤਾਂਘ ਲਈ ਉਤਾਵਲਾ ਰਹਿੰਦਾ ਹੈ ਡੰਡੀ। ਪਿਆਰ ਕੀਤਾ ਨਹੀਂ ਜਾਂਦਾ, ਇਹ ਮੱਲੋ ਮੱਲੀ ਹੋ ਜਾਂਦਾ ਹੈ ਡੰਡੀ। ਜੋਬਨ ਰੁੱਤੇ ਪਿਆਰ ਦੇ ਰੰਗਾਂ 'ਚ ਰੰਗਿਆ ਮਨੁੱਖ ਸਮੁੱਚੀ ਕਾਇਨਾਤ ਨੂੰ ਭੁੱਲ ਕੇ ਇਹ ਆਪਣੇ ਪਿਆਰੇ ਤੱਕ ਸੀਮਤ ਹੋ ਜਾਂਦਾ ਹੈ, ਪਰ ਉਸ ਨੂੰ ਹਰ ਪਾਸੇ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ ਡੰਡੀ। ਪਿਆਰ ਉਹ ਬੂਟਾ ਹੈ ਜੋ ਬਿਨਾਂ ਲਾਇਆਂ ਉੱਗ ਜਾਂਦਾ ਹੈ ਤੇ ਮੁਲਾਕਾਤਾਂ ਦੇ ਪਾਣੀ ਨਾਲ ਇਹ ਬੂਟਾ ਜਵਾਨ ਹੁੰਦਾ ਹੈ। ਭਾਵੇਂ ਕਿ ਕੁਦਰਤ ਦੇ ਘਰ ਹੋਰ ਬੂਟਿਆਂ ਨੂੰ ਜਿੰਨਾ ਚਿਰ ਵਾੜ ਨਾ ਕੀਤੀ ਜਾਵੇ ਤਾਂ ਉਹ ਤੇਜ਼ ਵਗਦੀਆਂ ਪੌਣਾ ਹੱਥੋਂ ਜਾਂ ਪਸ਼ੂ ਪੰਛੀਆਂ ਹੱਥੋਂ ਉੱਜੜ ਜਾਂਦੇ ਨੇ, ਪਰ ਪਿਆਰ ਇੱਕ ਅਜਿਹਾ ਬੂਟਾ ਹੈ ਜਦ ਇਹਦੇ ਆਲੇ ਦੁਆਲੇ ਵਾੜ ਹੋਣ ਲੱਗ ਜਾਵੇ ਤਾਂ ਇਹ ਮੁਰਝਾ ਜਾਂਦਾ ਹੈ ਡੰਡੀ। ਪਿਆਰ ਦੀ ਮਹਿੰਦੀ ਬਿਨਾਂ ਲਾਏ ਹੱਥਾਂ ਉੱਤੇ ਚੜ੍ਹ ਜਾਂਦੀ ਹੈ ਅਤੇ ਉਨਾ ਚਿਰ ਇਸ ਮਹਿੰਦੀ ਦਾ ਰੰਗ ਫਿੱਕਾ ਨਹੀਂ ਪੈਂਦਾ ਜਦ ਤੱਕ ਬਿਰਹੋਂ ਦਾ ਨਾਗ ਇਸ ਨੂੰ ਡਸਦਾ ਨਹੀਂ ਡੰਡੀ। ਭਰਾ ਪਿਆਰ ਸਾਗਰ ਦੇ ਪਾਣੀ ਵਾਂਗ ਨਿਰਮਲ, ਫੁੱਲ ਦੀ ਖੁਸ਼ਬੂ ਵਰਗਾ, ਤਾਰੇ ਦੀ ਲੋ ਵਰਗਾ, ਤਾਨਸੈਨ ਦੇ ਸੰਗੀਤ ਵਰਗਾ, ਬੱਚੇ ਦੇ ਮੂੰਹੋਂ ਨਿਕਲੇ ਤੋਤਲੇ ਸ਼ਬਦਾਂ ਵਰਗਾ ਤੇ ਹਵਾ 'ਚ ਉਡਦੇ ਪੰਛੀਆਂ ਵਰਗਾ ਅਜਿਹਾ ਕੁਦਰਤੀ ਅਨੁਭਵ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਡੰਡੀ। ਉਹ ਇਨਸਾਨ ਦੁਨੀਆ 'ਤੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਪਿਆਰੇ ਦਾ ਪਿਆਰ ਨਸੀਬ ਹੋ ਜਾਵੇ ਡੰਡੀ। ਪਿਆਰ ਦੋ ਰੂਹਾਂ ਦਾ ਮਿਲਾਪ ਹੈ ਡੰਡੀ। ਇਹ ਹਵਾ ਵਿੱਚ ਉੱਡਦੇ ਪਤੰਗ ਵਰਗਾ ਹੁੰਦਾ ਹੈ ਤੇ ਜਦੋਂ ਤੱਕ ਇਸ ਪਤੰਗ ਦੀ ਡੋਰ ਨਾਲ ਰਹਿੰਦੀ ਹੈ ਤਦ ਤੱਕ ਇਹ ਅਸਮਾਨ ਨੂੰ ਜੱਫੀਆਂ ਪਾਉਣਾ ਲੋਚਦਾ ਹੈ, ਪਰ ਜਦ ਪਤੰਗ ਦੀ ਇਸ ਡੋਰ 'ਤੇ ਕੋਈ ਕਾਟੀ ਪੈ ਜਾਵੇ ਤਾਂ ਇਹ ਧੜਮ ਥੱਲੇ ਡਿੱਗ ਪੈਂਦਾ ਹੈ ਡੰਡੀ। ਪਿਆਰ ਦੀ ਤਿਤਲੀ ਸਦਾ ਫੁੱਲਾਂ ਉੱਤੇ ਨੱਚਦੀ ਰਹਿੰਦੀ ਹੈ ਅਤੇ ਖੁਸ਼ਬੂ ਦਾ ਆਨੰਦ ਮਾਣਦੀ ਹੈ ਡੰਡੀ, ਪਰ ਜਦੋਂ ਪਿਆਰ ਭੌਰਿਆਂ ਦਾ
ਰੂਪ ਧਾਰ ਕੇ ਰੂਹਾਂ ਨਾਲੋਂ ਸਰੀਰ ਨੂੰ ਅਹਿਮੀਅਤ ਦੇਣ ਲੱਗ ਪੈਂਦਾ ਹੈ, ਤਦ ਇਸ ਵਿੱਚ ਕੁੜੱਤਣ ਉਪਜ ਪੈਂਦੀ ਹੈ। ਡੰਡੀ ਪਿਆਰ ਕਦੇ ਨਹੀਂ ਚਾਹੁੰਦਾ ਕਿ ਵਿਛੋੜੇ ਦੇ ਤੀਰਾਂ ਨਾਲ ਉਹ ਵਿੰਨ੍ਹਿਆ ਜਾਵੇ। ਪਿਆਰ ਕਦੇ ਨਹੀਂ ਚਾਹੁੰਦਾ ਕਿ ਹਿਜਰਾਂ ਦੀ ਭੱਠੀ 'ਚ ਆਪਣਾ ਆਪ ਸੇਕਣਾ ਪਵੇ। ਡੰਡੀ ਪਿਆਰ ਤਾਂ ਸਦਾ ਭੰਗੜੇ ਜਾਂ ਗਿੱਧਿਆਂ ਵਿੱਚ ਨੱਚਦੇ ਜਵਾਨ ਗੱਭਰੂਆਂ ਜਾਂ ਅੱਲ੍ਹੜ ਮੁਟਿਆਰਾਂ ਵਾਂਗ ਸਦਾ ਲੁੱਡੀਆਂ ਪਾਉਣਾ ਚਾਹੁੰਦਾ ਹੈ। ਡੰਡੀ ਪਿਆਰ ਇੱਕ ਨਿਰਮਲ ਝਰਨੇ ਵਰਗਾ ਹੁੰਦਾ ਹੈ ਜੋ ਪੱਥਰਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਵੀ ਸ਼ੁੱਧ ਨਿਰਮਲ ਰਹਿੰਦਾ ਹੈ ਅਤੇ ਉਚਾਨਾਂ ਨਿਵਾਨਾਂ ਵਿੱਚੋਂ ਦੀ ਹੁੰਦਾ ਹੋਇਆ ਨਿਰੰਤਰ ਵਗਦਾ ਰਹਿੰਦਾ ਹੈ। ਡੰਡੀ ਪਿਆਰ ਵਿੱਚ ਤਾਕਤ ਹੁੰਦੀ ਹੈ ਕਿ ਉਹ ਪੱਥਰਾਂ ਨੂੰ ਵੀ ਪਿਘਲਾ ਦਿੰਦਾ ਹੈ। ਡੰਡੀ ਪਿਆਰ ਦੀ ਕੋਈ ਹੱਦ ਨਹੀਂ ਹੁੰਦੀ ਤੇ ਨਾ ਹੀ ਇਸ ਨੂੰ ਤੋਲਿਆ ਜਾ ਸਕਦਾ, ਨਾ ਮਿਣਿਆ ਜਾ ਸਕਦਾ। ਡੰਡੀ ਪਿਆਰ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦਾ। ਇਹ ਤਾਂ ਇੱਕ ਜਜ਼ਬਾ ਹੈ ਜੋ ਸਦਾ ਤੜਪਦਾ ਰਹਿੰਦਾ ਹੈ। ਡੰਡੀ ਪਿਆਰ ਕਿਸੇ ਸੁੰਨਸਾਨ ਜਗ੍ਹਾ 'ਚ ਗੁਟਰਗੂੰ ਕਰਦੇ ਕਬੂਤਰਾਂ ਵਰਗਾ, ਚਿੜੀਆਂ ਦੀ ਚੀਂ ਚੀਂ ਵਰਗਾ, ਬੋਹੜ ਦੀ ਛਾਂ ਵਰਗਾ ਜਾਂ ਬਹਾਰ ਰੁੱਤ ਵਰਗਾ ਹੁੰਦਾ ਹੈ ਜੋ ਸਦਾ ਖਿੜਿਆ ਖਿੜਿਆ ਰਹਿੰਦਾ ਹੈ। ਮਜਬੂਰੀਆਂ ਦੀ ਹੱਥਕੜੀ ਵਿੱਚ ਜਕੜਿਆ ਪਿਆਰ ਫਿਰ ਵੀ ਤਾਕਤਵਰ ਹੁੰਦਾ ਹੈ। ਪਿਆਰ ਦੇ ਹੰਝੂ ਲੋਹੇ ਨੂੰ ਵੀ ਪਿਘਲਾ ਦਿੰਦੇ ਨੇ। ਡੰਡੀ ਪਿਆਰ ਤਾਂ ਚਰਖੇ ਦੀ ਮਾਲ ਵਾਂਗੂ ਹੁੰਦਾ ਹੈ, ਜਿੰਨਾ ਚਿਰ ਤੱਕ ਮਾਲ ਟੁੱਟਦੀ ਨਹੀਂ ਪਿਆਰ ਦੀਆਂ ਪੂਣੀਆਂ ਨਾਲ ਛਿੱਕੂ ਭਰਿਆ ਰਹਿੰਦਾ ਹੈ। ਡੰਡੀ ਜਦ ਮਾਲ ਟੁੱਟ ਜਾਵੇ ਤਾਂ ਗਲੋਟੇ ਖਿੰਡ ਪੁੰਡ ਜਾਂਦੇ ਨੇ। ਡੰਡੀ ਪਿਆਰ 'ਚ ਮਨੁੱਖ ਨੂੰ ਇਕੱਲਤਾ ਦਾ ਅਨੁਭਵ ਨਹੀਂ ਹੁੰਦਾ। ਉਹ ਇਕੱਲਾ ਹੁੰਦਾ ਹੋਇਆ ਵੀ ਪਿਆਰੇ ਨਾਲ ਗੱਲਾਂ ਕਰਦਾ ਰਹਿੰਦਾ ਹੈ। ਹਰ ਵੇਲੇ ਉਹਦੇ ਹੀ ਭੁਲੇਖੇ ਪੈਂਦੇ ਰਹਿੰਦੇ ਨੇ। ਡੰਡੀ ਸਦਾ ਉਹਦੇ ਹੀ ਖਿਆਲਾਂ 'ਚ ਡੁੱਬਿਆ ਰਹਿੰਦਾ ਹੈ। ਡੰਡੀ ਪਿਆਰ ਜਾਤ ਪਾਤ ਊਚ ਨੀਚ ਦੀਆਂ ਕੰਧਾਂ ਨੂੰ ਤੋੜ ਕੇ ਮਨਾਂ ਅੰਦਰ ਜਾ ਡੇਰੇ ਲਾਉਂਦਾ ਹੈ। ਪਿਆਰ ਇਸ ਦੁਨੀਆ ਦੇ ਹੜ੍ਹ 'ਚੋਂ ਨਿਕਲਣ ਲਈ ਚੱਪੂ ਦੀ ਤਰ੍ਹਾਂ ਹੀ ਮਨੁੱਖ ਦੀ ਮਦਦ ਕਰਦਾ ਹੈ। ਡੰਡੀ ਪਿਆਰ ਲਾਲਚਾਂ ਤੋਂ ਕੋਹਾਂ ਦੂਰ ਹੁੰਦਾ ਹੈ। ਡੰਡੀ ਪਿਆਰ ਕਦੇ ਨਫਾ ਨੁਕਸਾਨ ਨਹੀਂ ਦੇਖਦਾ। ਪਿਆਰ ਜੁਗਨੂਆਂ ਵਾਂਗ ਹਨੇਰਿਆਂ 'ਚ ਵੀ ਟਿਮਟਿਮਾਉਂਦਾ ਰਹਿੰਦਾ ਹੈ। ਪਿਆਰ ਠੰਡੀਆਂ ਵਗਦੀਆਂ ਪੌਣਾਂ ਵਾਂਗ ਹੁੰਦਾ ਹੈ ਜੋ ਸਦਾ ਆਪਣੀ ਮਹਿਕ ਨਾਲ ਆਲੇ ਦੁਆਲੇ ਨੂੰ ਨਸ਼ਿਆ ਦਿੰਦਾ ਹੈ। ਡੰਡੀ ਪਿਆਰ ਨੂੰ ਰੱਬ ਦੇ ਬਰਾਬਰ ਦਾ ਰੁਤਬਾ ਹਾਸਲ ਹੈ। ਜੋ ਮਨੁੱਖ ਪਿਆਰ ਨਾਲ ਆਪਣੇ ਪਿਆਰੇ ਨੂੰ ਪਾ ਲੈਂਦਾ ਹੈ, ਉਹ ਸਮਝੋ ਰੱਬ ਨੂੰ ਪਾ ਲੈਂਦਾ ਹੈ। ਡੰਡੀ ਬਿਰਹਾ ਦਾ ਕਵੀ ਬਟਾਲਵੀ ਪਿਆਰ ਦੀ ਪਰਿਭਾਸ਼ਾ ਦਿੰਦਾ ਹੋਇਆ ਲਿਖਦਾ ਹੈ, ਪੀੜੇ ਨੀ ਪੀੜ ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ 'ਤੇ ਬਹੇ। ਪਿਆਰ ਐਸਾ ਭੌਰਾ ਹੈ ਨੀ ਜਿਹਦੇ ਕੋਲੋਂ ਵਾਸ਼ਨਾ ਵੀ ਲੱਖਾਂ ਕੋਹਾਂ ਦੂਰ ਹੀ ਰਹੇ। ਪਿਆਰ ਉਹ ਮਹੱਲ ਹੈ ਨੀ ਜਿਹਦੇ 'ਚ ਪੰਖੇਰੂਆਂ ਦੇ ਬਾਜ ਕੁਝ ਹੋਰ ਨਾ ਰਹੇ। ਡੰਡੀ ਪਿਆਰ ਐਸਾ ਆਲ੍ਹਣਾ ਹੈ ਜਿਹਦੇ 'ਚ ਨੀ ਵਸਲਾਂ ਦਾ ਰਤੜਾ ਨਾ
ਪਲੰਗ ਡਹੇ ਡੰਡੀ। ਸਿਰਫ ਵੈਲਨਟਾਈਨ ਡੇ ਵਾਲੇ ਇੱਕ ਦਿਨ ਨੂੰ ਹੀ ਪਿਆਰ ਕਰਨ ਵਾਲੇ ਦਿਨ ਵਜੋਂ ਨਹੀਂ ਅਪਣਾਉਣਾ ਚਾਹੀਦਾ, ਸਗੋਂ ਹਰ ਵੇਲੇ ਇੱਕ ਦੂਸਰੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਡੰਡੀ। ਪਿਆਰ 'ਚ ਕਾਮਯਾਬੀ ਨਾ ਮਿਲਣ 'ਤੇ ਮੁੰਡਿਆਂ ਵੱਲੋਂ ਕੁੜੀਆਂ ਉੱਤੇ ਤੇਜ਼ਾਬ ਪਾਉਣ ਦੀਆਂ ਖਬਰਾਂ ਅਸੀਂ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ। ਡੰਡੀ। ਜਿਸ ਵਿਰੁੱਧ ਪ੍ਰਸ਼ਾਸਨ ਨੂੰ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ। ਡੰਡੀ। ਕੁਝ ਦਿਨ ਪਹਿਲਾਂ ਗੈਰ ਸਿਆਸੀ ਸੰਸਥਾ ਸਰਬ ਹਿੰਦ ਫੌਜੀ ਭਾਈਚਾਰਾ ਪੰਜਾਬ, ਜੋ ਕਿ ਦਬਾਅ ਪਾਊ ਤਬਕੇ ਵਜੋਂ ਜਾਣੀ ਜਾਂਦੀ ਹੈ, ਉਸ ਦੀ ਸ਼ੈਡੋ ਕੈਬਨਿਟ ਨੂੰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਸੰਸਥਾ ਦੇ ਸਿਧਾਂਤ ਅਸੀਂ ਉਹਦੇ ਨਾਲ ਜਿਹੜਾ ਸਾਡੇ ਨਾਲ ਨੂੰ ਲਾਗੂ ਕਰਨ ਲਈ ਵੋਟ ਦੀ ਭੀਖ ਮੰਗਣ ਵਾਲਿਆਂ ਨੂੰ ਉਹਨਾਂ ਵੱਲੋਂ ਤੇ ਉਹਨਾਂ ਦੀ ਸਿਆਸੀ ਪਾਰਟੀਆਂ ਵੱਲੋਂ ਬੀਤੇ 5 ਸਾਲਾਂ ਦੌਰਾਨ ਸਮਾਜ ਵਿਸ਼ੇਸ਼ ਤੌਰ 'ਤੇ ਫੌਜ ਦੀ ਬਿਹਤਰੀ, ਵੀਰ ਨਾਰੀਆਂ, ਸਾਬਕਾ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ, ਮੁੜ ਵਸੇਬੇ ਵਰਗੇ ਮੌਕਿਆਂ ਬਾਰੇ ਭਖਦੇ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਤੇ ਹੁਣ ਕੀ ਕਰਾਂਗੇ ਪ੍ਰਸ਼ਨ ਚਿੰਨ੍ਹ ਬਾਰੇ ਜਵਾਬ ਤਲਬੀ ਕੀਤੀ। ਡੰਡੀ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਹੁਣ ਆਪਣੇ ਹੱਕ ਹਕੂਕ ਬਾਰੇ ਸੁਚੇਤ ਹੋ ਗਏ ਹਨ ਤੇ ਵੋਟਾਂ ਬਟੋਰਨ ਵਾਲਿਆਂ ਨੂੰ ਜਵਾਬ ਦੇਣਾ ਮੁਸ਼ਕਲ ਹੋ ਰਿਹਾ। ਡੰਡੀ। ਕਈ ਗਲੀ ਕੂਚਿਆਂ 'ਚ ਜਦੋਂ ਕੁਝ ਰਾਜਸੀ ਨੇਤਾਵਾਂ ਨੂੰ ਘੁੰਮਦੇ ਫਿਰਦੇ ਵੇਖਦੇ ਹਨ ਤਾਂ ਉਹ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਹਨ। ਡੰਡੀ। ਕੀ ਕਦੇ ਰਾਜਸੀ ਨੇਤਾ ਵੀ ਆਪਣੇ ਕਿਰਦਾਰ ਬਾਰੇ ਸੋਚਣਗੇ ਪ੍ਰਸ਼ਨ ਚਿੰਨ੍ਹ। ਸਾਬਕਾ ਫੌਜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਅਧੂਰੀ ਇੱਕ ਰੈਂਕ, ਇੱਕ ਪੈਨਸ਼ਨ ਦੀਆਂ ਊਣਤਾਈਆਂ ਨੂੰ ਲੈ ਕੇ ਬੰਦ ਪਈਆਂ CSD ਕੰਟੀਨਾਂ ਤੇ ESH 'ਚ ਦਵਾਈਆਂ ਦੀ ਘਾਟ ਤੇ ਵਿਧਵਾਵਾਂ ਨੂੰ ਪ੍ਰਸ਼ਾਸਨ ਪੁਲਿਸ ਵੱਲੋਂ ਜਿਸ ਤਰੀਕੇ ਨਾਲ ਅਣਗੌਲਿਆ ਕੀਤਾ ਜਾ ਰਿਹਾ ਹੈ ਉਸ ਬਾਰੇ ਸਵਾਲ ਜਵਾਬ ਕਰਕੇ ਫਿਰ ਫੈਸਲਾ ਕਰਨ ਕਿ ਕੌਣ ਨੇਤਾ ਫੌਜੀ ਵਰਗ ਦੀ ਭਲਾਈ ਲਈ ਯਤਨਸ਼ੀਲ ਹੋਵੇਗਾ। ਇਸ ਬਾਰੇ ਕੁਝ ਮੁੱਦੇ ਉਜਾਗਰ ਕੀਤੇ ਜਾ ਰਹੇ ਹਨ। ਡੰਡੀ। ਪੈਰਾ। ਭਖਦੇ ਮਸਲੇ ਸਾਬਕਾ ਫੌਜੀਆਂ ਦੇ ਮੁੜ ਵਸੇਬੇ ਤੇ ਸਮੁੱਚੀ ਭਲਾਈ ਦੇ ਨਾਲ ਹਾਜ਼ਰ ਨੌਕਰੀਆਂ ਵਾਲਿਆਂ ਦੇ ਮਸਲੇ ਵੀ ਹੱਲ ਕਰਨ ਦੀ ਜ਼ਿੰਮੇਵਾਰੀ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਾਂਝੇ ਤੌਰ 'ਤੇ ਹੁੰਦੀ ਹੈ। ਡੰਡੀ। ROP ਸਕੀਮਾਂ CSD ਦੀ ਮੈਨੇਜਮੈਂਟ ECHS ਸਕੀਮ ਨੂੰ ਲਾਗੂ ਕਰਨ ਦੇ ਵੱਖ-ਵੱਖ ਕੇਂਦਰ ਸਰਕਾਰ ਦੇ ਮਹਿਕਮਿਆਂ, ਅਰਧ ਸੈਨਿਕ ਬਲਾਂ, ਬੈਂਕਿੰਗ ਸੈਕਟਰ ਤੇ ਪਬਲਿਕ ਸੈਕਟਰ ਆਦਿ ਵਰਗੇ ਅਦਾਰਿਆਂ 'ਚ ਰਾਖਵਾਂਕਰਨ ਦੀ ਨੀਤੀ ਨੂੰ ਲਾਗੂ ਕਰਨ ਦੀ ਜਵਾਬਦੇਹੀ ਸੰਬੰਧਿਤ ਮੰਤਰਾਲਿਆਂ ਦੀ ਹੁੰਦੀ ਹੈ। ਡੰਡੀ। ਇਸ ਸਿਲਸਿਲੇ 'ਚ
ਦੱਸਣਯੋਗ ਹੈ ਕਿ 17ਵੀਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਵੋਟਰਾਂ ਨੂੰ ਭਰਮਾਉਣ ਖਾਤਰ ਭਾਜਪਾ ਨੇ 8 ਅਪ੍ਰੈਲ 2019 ਨੂੰ ਆਪਣਾ ਚੋਣ ਮਨੋਰਥ ਪੱਤਰ ਸੰਕਲਪ ਪੱਤਰ ਦੇ ਨਾਂ ਨਾਲ ਜਾਰੀ ਕੀਤਾ ਸੀ। ਡੰਡੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ 2022 ਤੱਕ 75 ਟੀਚੇ ਤੈਅ ਕੀਤੇ ਜਾਣੇ ਹਨ। ਡੰਡੀ। ਇਸ ਵਿੱਚ ਰਾਸ਼ਟਰਵਾਦ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ। ਡੰਡੀ। ਕਸ਼ਮੀਰ 'ਚ ਧਾਰਾ 370 ਦੇ ਖਤਮ ਕਰਨ, ਅੱਤਵਾਦ ਖਿਲਾਫ ਸਖਤ ਕਾਰਵਾਈ ਕਰਨ ਤੇ ਸੁਰੱਖਿਆ ਬਲਾਂ ਨੂੰ ਖੁੱਲ੍ਹੀ ਛੋਟ ਦੇਣ ਵਾਲੀ ਨੀਤੀ ਜਾਰੀ ਰੱਖਣ ਵਾਲੀ ਗੱਲ ਕੀਤੀ, ਜਿਸ ਦਾ ਅਸਰ ਪਿੱਛੇ ਜਿਹੇ ਨਾਗਾਲੈਂਡ 'ਚ ਵਿਸ਼ੇਸ਼ ਤੌਰ 'ਤੇ ਵੇਖਣ ਨੂੰ ਮਿਲਿਆ, ਜੋ ਕਿ ਇੱਕ ਵੱਖਰਾ ਵਿਸ਼ਾ ਹੈ। ਡੰਡੀ। ਮੈਨੀਫੈਸਟੋ 'ਚ ਇਹ ਵੀ ਦਰਜ ਹੈ ਕਿ ਖੇਤੀ ਅਸੰਤੁਲਨ ਖਤਮ ਕੀਤਾ ਜਾਵੇਗਾ ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ। ਡੰਡੀ। ਉਦਯੋਗਪਤੀਆਂ ਦੀ ਆਮਦਨ ਭਾਵੇਂ ਦੁੱਗਣੀ ਹੋਈ ਹੋਵੇ, ਪਰ ਕਿਸਾਨਾਂ ਦੀ ਦੁਰਦਸ਼ਾ ਬਾਰੇ ਤਾਂ ਕੇਵਲ ਦੇਸ਼ ਹੀ ਨਹੀਂ ਬਲਕਿ ਸਾਰਾ ਸੰਸਾਰ ਜਾਣਦਾ ਹੈ। ਡੰਡੀ। ਸੰਕਲਪ ਪੱਤਰ 'ਚ ਫੌਜ ਬਾਰੇ ਜ਼ਿਕਰ ਕਰਦਿਆਂ ਫੌਜੀਆਂ ਦੇ ਮਨੋਬਲ ਨੂੰ ਪ੍ਰਭਾਵਿਤ ਕਰਨ ਵਾਲੀ ਦੁਖਦੀ ਰਗ OROP ਬਾਰੇ ਕਿਹਾ ਗਿਆ ਕਿ ਇਹ ਲਾਗੂ ਕੀਤੀ ਜਾਵੇਗੀ। ਡੰਡੀ। ਬਲਕਿ ਪ੍ਰਧਾਨ ਮੰਤਰੀ ਨੇ ਤਾਂ ਫੌਜੀਆਂ ਨੂੰ ਦੇਸ਼ ਦੀਆਂ ਸਰਹੱਦਾਂ 'ਤੇ ਪਹੁੰਚ ਕੇ ਕਈ ਵਾਰੀ ਸੰਬੋਧਨ ਕਰਦਿਆਂ ਇਹ ਕਿਹਾ ਕਿ ਇਹ ਸਕੀਮ ਲਾਗੂ ਕਰ ਦਿੱਤੀ ਗਈ ਹੈ। ਡੰਡੀ। ਸਟਾਰਟ। ਗਲੋਬਲ ਪੱਧਰ 'ਤੇ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ ਜ਼ਿਆਦਾਤਰ ਲੋਕ ਘਰ ਤੋਂ ਹੀ ਕੰਮ ਕਰ ਰਹੇ ਹਨ। ਡੰਡੀ। ਬਿਮਾਰੀ ਤੋਂ ਬਚਣ ਲਈ ਇਹ ਚੰਗਾ ਤਰੀਕਾ ਹੈ, ਪਰ ਡੈਸਕ ਨੌਕਰੀ 'ਚ ਕਈ ਘੰਟੇ ਲਗਾਤਾਰ ਇੱਕ ਹੀ ਥਾਂ ਬੈਠ ਕੇ ਕੰਮ ਕਰਨਾ ਸਿਹਤ ਲਈ ਸਹੀ ਨਹੀਂ। ਡੰਡੀ। ਇੱਕ ਅਧਿਐਨ ਮੁਤਾਬਕ ਲੰਮੇ ਸਮੇਂ ਤੱਕ ਡੈਸਕ 'ਤੇ ਬੈਠ ਕੇ ਕੰਮ ਕਰਨ ਨਾਲ ਮੋਟਾਪਾ, ਹਾਈਪਰਟੈਂਸ਼ਨ, ਡਾਇਬਟੀਜ਼ ਅਤੇ ਕੋਲੈਸਟਰੋਲ ਜਿਹੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਡੰਡੀ। ਮਾਹਿਰ ਕਹਿੰਦੇ ਹਨ ਕਿ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਇਹਨਾਂ ਬਿਮਾਰੀਆਂ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਡੰਡੀ। ਕੁਰਸੀ 'ਤੇ ਬੈਠ ਕੇ ਘੰਟਿਆਂ ਤੱਕ ਲੰਮੀ ਸ਼ਿਫਟ ਕਰਨਾ ਕਮਰ ਅਤੇ ਗਰਦਨ ਲਈ ਚੰਗਾ ਨਹੀਂ। ਡੰਡੀ। ਇਸ ਲਈ ਜੇਕਰ ਤੁਸੀਂ ਖੜ੍ਹੇ ਜਾਂ ਮੇਜ਼ ਜਾਂ ਉਚਾਈ ਵਾਲੇ ਕਿਸੇ ਟੇਬਲ ਜਾਂ ਕਾਊਂਟਰ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ। ਡੰਡੀ। ਇਸ ਨਾਲ ਸ਼ੁਰੂਆਤ ਵਿੱਚ ਤੁਹਾਨੂੰ ਥੋੜ੍ਹੀ ਪਰੇਸ਼ਾਨੀ ਜ਼ਰੂਰ ਹੋਵੇਗੀ, ਪਰ ਇਹ ਤਰੀਕਾ ਤੁਹਾਨੂੰ ਕਈ ਗੈਰ ਸੰਚਾਰੀ ਰੋਗ ਤੋਂ ਬਚਾ ਸਕਦਾ ਹੈ। ਡੰਡੀ। ਜਿਮ ਜਾਂ ਫਿਟਨੈਸ ਸੈਂਟਰ ਵਿੱਚ ਤੁਸੀਂ ਅਕਸਰ ਲੋਕਾਂ ਨੂੰ ਕਸਰਤ ਬਾਲ 'ਤੇ ਬੈਠੇ ਦੇਖਿਆ ਹੋਵੇਗਾ। ਡੰਡੀ। ਘੰਟਿਆਂ ਦੀ ਲੰਮੀ ਸ਼ਿਫਟ ਵਿੱਚ ਕੰਮ ਕਰਦਿਆਂ ਇਸ ਬਾਲ ਦੀ ਵਰਤੋਂ ਫਾਇਦੇਮੰਦ ਸਾਬਤ ਹੋ ਸਕਦੀ ਹੈ। ਡੰਡੀ। ਆਫਿਸ ਵਾਂਗ ਘਰ ਵਿੱਚ ਕੰਮ ਕਰਨ ਦੌਰਾਨ ਬ੍ਰੇਕ ਲੈਣੀ ਜ਼ਰੂਰੀ ਹੈ। ਡੰਡੀ। ਫੋਨ ਸੁਣਨ ਜਾਂ
ਪਾਣੀ ਲੈਣ ਦੇ ਬਹਾਨੇ ਹਰ 45 ਮਿੰਟ ਵਿੱਚ ਥੋੜ੍ਹਾ ਤੁਰਨ ਦੀ ਆਦਤ ਬਣਾਓ। ਡੰਡੀ ਕੰਮ ਕਰਦੇ ਸਮੇਂ ਆਪਣੇ ਬੈਠਣ 'ਤੇ ਵੀ ਧਿਆਨ ਦਿਓ। ਡੰਡੀ ਕੁਰਸੀ 'ਤੇ ਬੈਠਦੇ ਸਮੇਂ ਰੀੜ੍ਹ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਅਤੇ ਮੋਢੇ ਪਿੱਛੇ ਵੱਲ ਉੱਠੇ ਹੋਣੇ ਚਾਹੀਦੇ ਹਨ। ਡੰਡੀ ਨਾਲ ਹੀ ਜ਼ਮੀਨ 'ਤੇ ਪੰਜਾ ਪੂਰਾ ਲੱਗਾ ਹੋਣਾ ਚਾਹੀਦਾ ਹੈ। ਡੰਡੀ ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾ ਰਹੇ ਤਾਂ ਪੈਰਾਂ ਦੇ ਹੇਠਾਂ ਕਿਸੇ ਛੋਟੇ ਸਟੂਲ ਦਾ ਸਹਾਰਾ ਲਿਆ ਜਾ ਸਕਦਾ ਹੈ। ਡੰਡੀ ਤੁਹਾਡੇ ਬੈਠਣ ਦਾ ਐਂਗਲ 90 ਡਿਗਰੀ ਵਾਂਗ ਹੋਣਾ ਚਾਹੀਦਾ ਹੈ। ਡੰਡੀ 8-9 ਘੰਟੇ ਦੀ ਲੰਮੀ ਸ਼ਿਫਟ ਦੇ ਬਾਅਦ ਸਾਡੀ ਸਰੀਰਕ ਗਤੀਵਿਧੀ ਜ਼ੀਰੋ ਹੋ ਜਾਂਦੀ ਹੈ, ਜਿਸ ਨਾਲ ਦਿਲ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਡੰਡੀ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਡੰਡੀ ਨੇੜੇ ਕਿਸੇ ਕੰਮ 'ਤੇ ਜਾਣ ਵੇਲੇ ਵਾਹਨ ਦੀ ਬਜਾਏ ਪੈਦਲ ਤੁਰੋ। ਡੰਡੀ ਆਪਣੇ ਸੌਣ ਦੇ ਸਮੇਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਡੰਡੀ ਰੋਜ਼ਾਨਾ ਕਰੀਬ 6-8 ਘੰਟੇ ਨੀਂਦ ਲੈਣੀ ਜ਼ਰੂਰੀ ਹੈ। ਡੰਡੀ ਇਸ ਤੋਂ ਇਲਾਵਾ ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਪੀਣਾ ਚਾਹੀਦਾ ਹੈ। ਡੰਡੀ ਸਰਦੀ ਦੇ ਮੌਸਮ ਵਿੱਚ ਵੀ ਡੀਹਾਈਡਰੇਸ਼ਨ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਡੰਡੀ ਇਹ ਦੋਵੇਂ ਚੀਜ਼ਾਂ ਸਾਡੇ ਸਰੀਰ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹਨ। ਡੰਡੀ ਖਾਣ ਵਿੱਚ ਸਿਰਫ ਸਿਹਤਮੰਦ ਚੀਜ਼ਾਂ ਦੀ ਵਰਤੋਂ ਕਰੋ। ਡੰਡੀ ਤੁਹਾਡੀ ਡਾਈਟ ਵਿੱਚ ਪ੍ਰੋਟੀਨ, ਨੈਚੁਰਲ ਫੈਟ ਅਤੇ ਸਰੀਰ ਨੂੰ ਊਰਜਾ ਦੇਣ ਵਾਲੇ ਕਾਰਬੋਹਾਈਡਰੇਟ ਵਰਗੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਡੰਡੀ ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਾਈਬਰ ਵਾਲੇ ਫਲ ਰੋਜ਼ਾਨਾ ਖਾਣੇ ਚਾਹੀਦੇ ਹਨ। ਡੰਡੀ ਹਾਈ ਸ਼ੂਗਰ ਜਾਂ ਹਾਈ ਸੋਡੀਅਮ ਵਾਲੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ। ਡੰਡੀ ਇਸ ਤਰ੍ਹਾਂ ਦੀਆਂ ਚੀਜ਼ਾਂ ਮੋਟਾਪਾ, ਹਾਈ ਕੋਲੈਸਟਰੋਲ, ਡਾਇਬਟੀਜ਼ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ। ਡੰਡੀ ਤਲਿਆ ਹੋਇਆ ਜਾਂ ਬਹੁਤ ਮਸਾਲੇਦਾਰ ਖਾਣਾ ਨਾ ਖਾਓ। ਡੰਡੀ ਨਾਲ ਹੀ ਸ਼ਰਾਬ ਅਤੇ ਸਿਗਰਟ ਦੀ ਵਰਤੋਂ ਕਰਨ ਤੋਂ ਵੀ ਬਚੋ। ਡੰਡੀ ਸਟਾਰਟ ਨਿਰਸੰਦੇਹ ਇੱਕ ਵਾਰ ਪੈਨਸ਼ਨ ਤਾਂ ਵਧੀ, ਪਰ ਇਸਨੂੰ ਇੰਨ-ਬਿੰਨ ਲਾਗੂ ਨਹੀਂ ਕੀਤਾ ਗਿਆ। ਕਈ ਊਣਤਾਈਆਂ ਬਰਕਰਾਰ ਹਨ। ਡੰਡੀ ਪ੍ਰਵਾਨਸ਼ੁਦਾ ਸਕੀਮ ਅਨੁਸਾਰ ਤੇ ਬਾਅਦ 'ਚ ਜਾਰੀ ਕੀਤੇ ਗਏ ਸਰਕਾਰੀ ਹੁਕਮਾਂ ਅਨੁਸਾਰ ਇਸ ਦੀ ਬਰਾਬਰਤਾ ਅਪ੍ਰੈਲ 2019 ਤੋਂ ਲਾਗੂ ਹੋਣੀ ਸੀ, ਜੋ ਕਿ ਅਜੇ ਤੱਕ ਨਹੀਂ ਹੋਈ। ਡੰਡੀ ਸੁਪਰੀਮ ਕੋਰਟ 'ਚ ਵੀ OROP ਬਾਰੇ ਤਰੀਕ 'ਤੇ ਤਰੀਕ ਪੈ ਰਹੀ ਹੈ। ਡੰਡੀ ਜੁਡੀਸ਼ੀਅਲ ਕਮੇਟੀ ਦੀਆਂ ਸੰਨ 2015 ਵਾਲੀਆਂ ਸਿਫਾਰਸ਼ਾਂ 'ਤੇ ਰਿਪੋਰਟ ਸਮੇਂ ਦੀ ਧੂੜ ਹੇਠ ਦੱਬੀ ਗਈ, ਪਰ ਕਿਸੇ ਨੇਤਾ ਨੇ ਪਾਰਲੀਮੈਂਟ 'ਚ ਹਾਂ ਦਾ ਨਾਅਰਾ ਨਹੀਂ ਮਾਰਿਆ। ਡੰਡੀ ਸਰਜੀਕਲ ਸਟਰਾਈਕ ਤੇ ਏਅਰ ਸਟਰਾਈਕ ਵਾਲੀਆਂ ਉਦਾਹਰਨਾਂ ਵੀ ਮੈਨੀਫੈਸਟੋ 'ਚ ਦਰਜ ਹਨ, ਜਿਸ ਦਾ ਸਿਆਸੀਕਰਨ ਵੀ ਚੋਣਾਂ 'ਚ ਦੱਬ ਕੇ ਕੀਤਾ ਗਿਆ। ਡੰਡੀ ਇਸ ਦਾ ਚਿਰੰਜੀਵੀ ਪ੍ਰਭਾਵ ਫੌਜ 'ਤੇ ਦਿਖਾਈ ਦਿੰਦਾ
ਰਿਹਾ ਕਰੇਗਾ ਡੰਡੀ। ਕਿ ਅਜਿਹਾ ਕਰਨਾ ਸੁਰੱਖਿਆ ਸਿਧਾਂਤ ਤੇ ਰਾਸ਼ਟਰੀ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕਰਦਾ? ਪ੍ਰਸ਼ਨ ਚਿੰਨ੍ਹ। ਕਾਂਗਰਸ ਨੇ 2 ਅਪ੍ਰੈਲ 2019 ਨੂੰ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਜਨ ਆਵਾਜ਼ ਦੇ ਨਾਮ 'ਤੇ ਮੁੱਖ ਤੌਰ 'ਤੇ ਮੁਲਕ ਦੀ ਸੁਰੱਖਿਆ ਨਾਲ ਜੁੜੇ ਅਫਸਪਾ ਦੀ ਸਮੀਖਿਆ, ਦੇਸ਼ ਧਰੋਹ ਦਾ ਕਾਨੂੰਨ ਖਤਮ ਕਰਨ, ਰੁਜ਼ਗਾਰ, ਸਿਹਤ, ਸਿੱਖਿਆ, ਕਿਸਾਨਾਂ ਲਈ ਵੱਖਰਾ ਬਜਟ, OROP ਵਾਲੀਆਂ ਊਣਤਾਈਆਂ ਦੂਰ ਕਰਨ ਤੇ ਸੈਨਿਕ ਭਲਾਈ ਲਈ ਕੁਝ ਹੋਰ ਮੁੱਦੇ ਵੀ 42 ਵਿਸ਼ਿਆਂ ਤਹਿਤ 287 ਵਾਅਦੇ ਕੀਤੇ ਗਏ, ਪਰ ਸੱਤਾ ਹਾਸਲ ਨਾ ਹੋਈ ਡੰਡੀ ਭਰਾ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੇ ਇਕਰਾਰਨਾਮਿਆਂ ਤੇ ਮੀਡੀਆ ਭੰਡੀ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਵਾਲੇ ਰੁਖ ਦੀ ਪੜਚੋਲ ਕਰਨ 'ਤੇ ਪਤਾ ਲੱਗਦਾ ਹੈ ਕਿ ਫੌਜੀ ਵਰਗ ਨਾਲ ਸੰਬੰਧਿਤ ਸਬਜ਼ ਬਾਗ ਦਿਖਾਉਣ ਵਾਲਾ ਰੁਖ ਅਪਣਾਇਆ ਡੰਡੀ। OROP ਨੂੰ 100% ਲਾਗੂ ਕਰਨ ਖਾਤਰ ਕਿਹਾ ਗਿਆ ਕਿ ਕੇਂਦਰ ਸਰਕਾਰ 'ਤੇ ਜ਼ੋਰ ਪਾਇਆ ਜਾਵੇਗਾ ਕਿ ਪੰਜਾਬ ਦੇ 8 ਲੱਖ ਸਾਬਕਾ ਫੌਜੀਆਂ ਦੀ ਭਲਾਈ ਹੋ ਸਕੇ ਡੰਡੀ। ਜੇ ਕੈਪਟਨ ਸਰਕਾਰ ਕੇਂਦਰ 'ਤੇ ਦਬਾਅ ਪਾਉਂਦੀ ਤਾਂ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦੇ ਲੱਖਾਂ ਲੋਕਾਂ ਦੀ ਗਿਣਤੀ ਵਾਲੇ ਸਾਬਕਾ ਸੈਨਿਕਾਂ, ਵਿਧਵਾਵਾਂ ਤੇ ਆਉਣ ਵਾਲੇ ਸਮੇਂ 'ਚ 15 ਲੱਖ ਫੌਜ ਦੇ ਜਵਾਨਾਂ ਤੇ ਅਫਸਰਾਂ ਨੂੰ ਵੀ ਲਾਭ ਮਿਲਦਾ ਡੰਡੀ। ਇਸ ਤੋਂ ਇਲਾਵਾ ਸਾਬਕਾ ਫੌਜੀਆਂ ਨੂੰ ਟੋਲ ਟੈਕਸ ਮੁਫਤ ਕੀਤਾ ਜਾਵੇਗਾ ਕਿਹਾ ਗਿਆ ਸੀ ਡੰਡੀ। SD ਤੇ ਵੈਟ ਖਤਮ ਕਰਨਾ, ਸਾਬਕਾ ਫੌਜੀਆਂ ਲਈ ਕਾਰਪੋਰੇਸ਼ਨਾਂ ਬੋਰਡ 'ਚ ਕੀਤਾ ਜਾਵੇਗਾ ਡੰਡੀ। ਸੈਨਿਕ ਭਲਾਈ ਮਹਿਕਮੇ ਦੇ ਅਫਸਰਾਂ ਤੇ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਡੰਡੀ। ਜ਼ਿਕਰਯੋਗ ਹੈ ਕਿ ਸੈਨਿਕ ਭਲਾਈ ਅਫਸਰ 4-5 ਜ਼ਿਲ੍ਹਿਆਂ ਲਈ ਜ਼ਿੰਮੇਵਾਰ ਹੈ ਡੰਡੀ। ਫਿਰ ਸੈਨਿਕ ਭਲਾਈ ਕਿਵੇਂ ਸੰਭਵ ਹੋਵੇ? ਪ੍ਰਸ਼ਨ ਚਿੰਨ੍ਹ। ਫੌਜੀ ਵਰਗ ਨੂੰ ਤਾਂ ਧੱਕੇ ਹੀ ਨਸੀਬ ਹੋ ਰਹੇ ਹਨ ਡੰਡੀ, ਸਿਵਾਏ ਇਸ ਗੱਲ ਦੇ ਕਿ GOG 'ਚ ਕੁਝ ਗਿਣਤੀ ਦੇ ਫੌਜੀਆਂ ਨੂੰ ਠੇਕੇ ਦੇ ਆਧਾਰ 'ਤੇ ਰੱਖਿਆ ਗਿਆ ਤੇ ਬਾਕੀ ਦੇ ਵਾਅਦੇ ਖੋਖਲੇ ਹੀ ਸਿੱਧ ਹੋਏ ਡੰਡੀ। ਰਾਖਵਾਂਕਰਨ ਨੀਤੀ ਤਾਂ ਲਾਗੂ ਨਹੀਂ ਹੋਈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜੀਆਂ ਲਈ ਥਾਵਾਂ ਖਾਲੀ ਪਈਆਂ ਹਨ ਡੰਡੀ। ਜ਼ਿਕਰਯੋਗ ਹੈ ਕਿ 12 ਫਰਵਰੀ 2014 ਨੂੰ ਜੰਗੀ ਸ਼ਹੀਦਾਂ ਦੀ ਯਾਦਗਾਰ ਅੰਮ੍ਰਿਤਸਰ ਵਿਖੇ ਕਾਇਮ ਕਰਨ ਸਮੇਂ ਇੱਕ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮਾਰਸ਼ਲ ਆਫ ਦੀ ਏਅਰ ਫੋਰਸ ਅਰਜਨ ਸਿੰਘ, ਜਨਰਲ ਸ਼ੰਕਰ ਰਾਏ ਚੌਧਰੀ, ਜਨਰਲ ਦੀਪ ਕਪੂਰ, ਜਰਨਲ JJ ਸਿੰਘ ਤੇ ਹੋਰ ਜਰਨਲ ਕਰਨਲ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਬਕਾ ਸੈਨਿਕਾਂ ਨੇ ਸ਼ਿਰਕਤ ਕੀਤੀ ਡੰਡੀ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫੌਜੀਆਂ ਦੇ ਦੁੱਖ ਸੁੱਖ ਲਈ 2 ਵੱਖਰੇ ਪੁਲਿਸ ਥਾਣੇ ਜਲੰਧਰ ਤੇ ਲੁਧਿਆਣਾ ਵਿਖੇ ਕਾਇਮ ਕਰਨ ਤੇ ਇੱਕ ਵਿਸ਼ੇਸ਼ ਅਦਾਲਤ ਜਲੰਧਰ ਵਿਖੇ ਕਾਇਮ ਕਰਨ ਦਾ ਐਲਾਨ ਕੀਤਾ ਡੰਡੀ। ਅਜਿਹਾ
ਪ੍ਰਤੀਤ ਹੋ ਰਿਹਾ ਜਿਵੇਂ ਕਿ ਇਹ ਕਾਗਜ਼ਾਂ 'ਚ ਹੀ ਰੁਲ ਗਿਆ। ਡੰਡੀ ਹੋਰਨਾਂ ਕਈ ਵਾਅਦਿਆਂ ਤੋਂ ਇਲਾਵਾ ਸਭ ਤੋਂ ਵੱਡਾ ਐਲਾਨਨਾਮਾ ਮੁੱਖ ਮੰਤਰੀ ਨੇ ਉੱਚ ਕੋਟੀ ਦੇ ਸਾਬਕਾ ਜਰਨੈਲਾਂ ਦੀ ਹਾਜ਼ਰੀ 'ਚ ਇਹ ਕੀਤਾ ਕਿ ਸਾਬਕਾ ਫੌਜੀਆਂ ਲਈ 13% ਨੌਕਰੀ ਵਾਲੀ ਰਿਜ਼ਰਵੇਸ਼ਨ ਦਾ ਬੈਕਲਾਗ 6 ਮਹੀਨਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ। ਡੰਡੀ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਸ ਲੇਖਕ ਵੱਲੋਂ ਮੁੱਖ ਮੰਤਰੀ ਬਾਦਲ ਨੂੰ ਇੱਕ ਖੁੱਲ੍ਹਾ ਖੱਤ ਲਿਖ ਕੇ ਆਪਣੇ ਭਰਵੇਂ ਫੌਜੀ ਇਕੱਠ 'ਚ ਕੀਤੇ ਗਏ ਵਾਅਦਿਆਂ ਬਾਰੇ ਯਾਦ ਕਰਵਾਇਆ, ਪਰ ਅਸਰ ਕੁਝ ਨਾ ਹੋਇਆ ਅਤੇ ਅੱਜ ਵੀ ਹਜ਼ਾਰਾਂ ਦੀ ਗਿਣਤੀ 'ਚ ਬੈਕਲਾਗ ਬਰਕਰਾਰ ਹੈ। ਡੰਡੀ ਭਰਾ ਚਿੰਤਾਜਨਕ ਵਿਸ਼ਾ ਤਾਂ ਇਹ ਹੈ ਕਿ OROP ਬਾਰੇ ਕਈ ਕਿਸਮ ਦੀਆਂ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਡੰਡੀ ਅਸਲੀਅਤ ਤਾਂ ਇਹ ਹੈ ਕਿ ਲੋਕ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਨ 2010 ਤੋਂ ਲਗਾਤਾਰ ਪਾਰਲੀਮੈਂਟ 'ਚ ਇਹ ਮੁੱਦਾ ਉਠਾਇਆ ਜਾਂਦਾ ਰਿਹਾ ਹੈ। ਡੰਡੀ ਫਿਰ ਬ੍ਰਦਰਹੁੱਡ ਦਾ ਇੱਕ ਡੈਲੀਗੇਸ਼ਨ ਜਿਸ ਦੀ ਅਗਵਾਈ ਇਸ ਲੇਖਕ ਨੇ ਕੀਤੀ, ਪਹਿਲਾਂ ਰੱਖਿਆ ਮੰਤਰੀ ਅਟਾਰਨੀ ਨਾਲ ਮੀਟਿੰਗ ਕਰਵਾਈ, ਫਿਰ ਕਦੇ ਸੋਨੀਆ ਗਾਂਧੀ ਨਾਲ ਤੇ ਕਦੇ ਰਾਹੁਲ ਗਾਂਧੀ ਨਾਲ ਮੀਟਿੰਗਾਂ ਵੀ ਹੋਈਆਂ। ਡੰਡੀ ਆਖਰਕਾਰ ਮਨਮੋਹਨ ਸਿੰਘ ਦੀ ਸਰਕਾਰ ਨੇ 17 ਫਰਵਰੀ 2014 ਨੂੰ OROP ਸਕੀਮ ਨੂੰ ਪਾਰਲੀਮੈਂਟ ਵਿੱਚ ਪ੍ਰਵਾਨਗੀ ਦੇ ਦਿੱਤੀ। ਡੰਡੀ ਫਿਰ ਜਦੋਂ NDA ਸਰਕਾਰ ਬਣੀ ਤਾਂ ਉਸ ਨੇ OROP ਨੂੰ 1 ਜੁਲਾਈ 2014 ਤੋਂ ਲਾਗੂ ਕਰਨ ਬਾਰੇ 7 ਨਵੰਬਰ 2015 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਇਹ ਸਪਸ਼ਟ ਕੀਤਾ ਗਿਆ ਕਿ 5 ਸਾਲਾਂ ਬਾਅਦ ਭਾਵ ਕਿ 1 ਜੁਲਾਈ 2019 ਨੂੰ ਇਸ ਦੀ ਬਰਾਬਰਤਾ ਕਰ ਦਿੱਤੀ ਜਾਵੇਗੀ, ਜੋ ਕਿ ਅਜੇ ਤੱਕ ਨਹੀਂ ਹੋਈ। ਡੰਡੀ ਫਿਰ ਇਸ ਦਾ ਜ਼ਿੰਮੇਵਾਰ ਕੌਣ ਤੇ ਵੋਟਾਂ ਦਾ ਹੱਕਦਾਰ ਕੌਣ? ਪ੍ਰਸ਼ਨ ਚਿੰਨ੍ਹ ਸਾਬਕਾ ਸੈਨਿਕਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣੇ ਤੇ ਆਪਣੇ ਪਰਿਵਾਰਾਂ ਤੇ ਵਿਧਵਾਵਾਂ ਲਈ ਭਖਦੇ ਮਸਲਿਆਂ ਦਾ ਕੋਈ ਹੱਲ ਕੱਢਣਾ ਚਾਹੁੰਦੇ ਹਨ ਤਾਂ ਪਿੰਡ ਪੱਧਰ 'ਤੇ ਇਕਜੁੱਟ ਹੋ ਕੇ ਉਮੀਦਵਾਰਾਂ ਨੂੰ ਸਵਾਲ ਜਵਾਬ ਕਰਨ ਤੇ ਉਪਰੰਤ ਸਹੀ ਨੇਤਾਵਾਂ ਦੀ ਪਛਾਣ ਕਰਕੇ ਆਪਣੀਆਂ ਵੋਟਾਂ ਦੀ ਵਰਤੋਂ ਕਰਨ। ਡੰਡੀ ਸਟਾਰਟ। ਪੁਰਾਣੇ ਸਮਿਆਂ ਵਿੱਚ ਲੋਕਾਂ 'ਚ ਆਪਸੀ ਮੋਹ ਪਿਆਰ ਅਤੇ ਇੱਕ ਦੂਜੇ ਪ੍ਰਤੀ ਦਿਲ ਵਿੱਚ ਸਤਿਕਾਰ ਹੁੰਦਾ ਸੀ। ਡੰਡੀ ਘਰ ਦੀਆਂ ਔਰਤਾਂ ਆਪਸੀ ਲੜਾਈ ਝਗੜਿਆਂ ਨੂੰ ਬੰਦਿਆਂ ਤੱਕ ਨਹੀਂ ਸੀ ਪਹੁੰਚਣ ਦਿੰਦੀਆਂ ਅਤੇ ਆਪਸ ਵਿੱਚ ਹੀ ਨਿਪਟਾਰਾ ਕਰਕੇ ਘਰ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੀਆਂ ਸਨ। ਡੰਡੀ ਉਹ ਘਰ ਦੇ ਸਾਰੇ ਕੰਮ ਨੂੰ ਖੁਸ਼ੀ ਨਾਲ ਇਕੱਠਿਆਂ ਹੀ ਰਲ ਮਿਲ ਕੇ ਸਾਂਭ ਲੈਂਦੀਆਂ ਸਨ, ਪਰ ਅੱਜ ਹਾਲਾਤ ਬਦਲ ਗਏ ਹਨ। ਡੰਡੀ ਇੱਕੋ ਰਸੋਈ ਅੰਦਰ 2 ਔਰਤਾਂ
ਇਕੱਠੇ ਕੰਮ ਨਹੀਂ ਕਰ ਸਕਦੀਆਂ ਡੰਡੀ। ਵਜ੍ਹਾ ਇਹ ਦੱਸਦੀਆਂ ਹਨ ਕਿ ਸਾਨੂੰ ਇੱਕ ਦੂਜੇ ਦਾ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਡੰਡੀ। ਹੋਰ ਤਾਂ ਹੋਰ ਕਈ ਵਾਰ ਕੰਮ 'ਤੇ ਜਾਣ ਵਾਲੇ ਮਰਦਾਂ ਨੂੰ ਇਸ ਲੜਾਈ ਦਾ ਸ਼ਿਕਾਰ ਹੋਣਾ ਪੈਂਦਾ ਹੈ ਡੰਡੀ। ਉਹ ਪਰੇਸ਼ਾਨੀ ਵਿੱਚ ਘਰੋਂ ਕੰਮ 'ਤੇ ਜਾਂਦੇ ਹਨ ਡੰਡੀ। ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਿੱਚ ਨੂੰਹ ਵੱਲੋਂ ਆਪਣੀ ਸੱਸ ਨੂੰ ਸ਼ਰੇਆਮ ਉਸ ਦੇ ਬੇਟੇ ਸਾਹਮਣੇ ਕੁੱਟਿਆ ਮਾਰਿਆ ਜਾ ਰਿਹਾ ਸੀ ਡੰਡੀ। ਰਿਸ਼ਤਿਆਂ ਦੀ ਸ਼ਰਮ ਲਿਹਾਜ਼ ਲੋਕਾਂ ਨੇ ਉੱਕਾ ਹੀ ਸੂਲੀ 'ਤੇ ਟੰਗ ਦਿੱਤੀ ਹੈ ਡੰਡੀ। ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਅਕਸਰ ਅਸੀਂ ਵੇਖਦੇ ਰਹਿੰਦੇ ਹਾਂ, ਜਿੱਥੇ ਆਪਣੇ ਹੀ ਜਾਏ ਧੀਆਂ ਪੁੱਤਰ ਮਾਤਾ ਪਿਤਾ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ ਡੰਡੀ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਕੋਈ ਖਬਰ ਆਉਂਦੀ ਹੈ ਕਿ ਸਕੇ ਪਿਓ ਜਾਂ ਭਰਾ ਨੇ ਲੜਕੀ ਦਾ ਬਲਾਤਕਾਰ ਕੀਤਾ ਡੰਡੀ। ਰਿਸ਼ਤੇ ਇੰਨੇ ਖੋਖਲੇ ਕਿਉਂ ਹੋ ਗਏ ਹਨ? ਪ੍ਰਸ਼ਨ ਚਿੰਨ੍ਹ। 21ਵੀਂ ਸਦੀ ਆਧੁਨਿਕ ਯੁੱਗ ਵਿੱਚ ਵੀ ਅਸੀਂ ਅਵਾਰਾ ਪਸ਼ੂਆਂ ਵਾਲੀਆਂ ਹਰਕਤਾਂ ਕਿਉਂ ਕਰਦੇ ਹਾਂ? ਪ੍ਰਸ਼ਨ ਚਿੰਨ੍ਹ। ਕਿਤੇ ਬਾਪ ਧੀ ਦੇ ਪੈਰੀਂ ਪੱਗ ਧਰਦਾ ਵਿਖਾਈ ਦਿੰਦਾ ਹੈ ਤੇ ਕਿਤੇ ਮਾਂ ਨਸ਼ੇ ਵਿੱਚ ਬੇਸ਼ੁੱਧ ਪੁੱਤ ਨੂੰ ਰੋਂਦੀ ਵਿਖਾਈ ਦਿੰਦੀ ਹੈ। ਕਿਤੇ ਬੁੱਢੇ ਮਾਪੇ ਬੇਘਰ ਹਨ ਤੇ ਕਿਤੇ ਗਰੀਬ ਕੋਲ ਛੱਤ ਨਹੀਂ। ਹਰ ਪਾਸੇ ਇਹ ਦਰਦਨਾਕ ਅਤੇ ਖੌਫ ਵਾਲਾ ਮੰਜ਼ਰ ਵੇਖ ਕੇ ਅੱਖਾਂ ਭਰ ਆਉਂਦੀਆਂ ਹਨ ਡੰਡੀ। ਕਦੋਂ ਲੋਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਆਪਣੇ ਮਰੇ ਜ਼ਮੀਰ ਨੂੰ ਜਗਾਉਣਗੇ ਤਾਂ ਜੋ ਹਰ ਘਰ ਹਰ ਇਨਸਾਨ ਖੁਸ਼ੀਆਂ ਨਾਲ ਜ਼ਿੰਦਗੀ ਬਤੀਤ ਕਰਦਾ ਨਜ਼ਰ ਆਵੇ? ਪ੍ਰਸ਼ਨ ਚਿੰਨ੍ਹ। ਸਟਾਰਟ। ਆਰਥਿਕ ਸੰਕਟ ਸਰਕਾਰਾਂ ਦੇ ਹੱਥ ਕਿਸ ਹੱਦ ਤੱਕ ਬੰਨ੍ਹ ਦਿੰਦਾ ਹੈ? ਇਸ ਦੀ ਮਿਸਾਲ ਪਾਕਿਸਤਾਨ ਤੋਂ ਮਿਲਦੀ ਹੈ ਡੰਡੀ। ਕੌਮਾਂਤਰੀ ਮਾਲੀ ਫੰਡ ਨੇ ਪਾਕਿਸਤਾਨ ਨੂੰ 6 ਅਰਬ ਡਾਲਰਾਂ ਦਾ ਕਰਜ਼ਾ ਦੇਣ ਦੀ ਸਹਿਮਤੀ ਪ੍ਰਗਟਾਈ ਹੋਈ ਹੈ ਡੰਡੀ। ਇਸ ਕਰਜ਼ੇ ਦੀ 3 ਅਰਬ ਡਾਲਰਾਂ ਦੀ ਦੂਜੀ ਖੇਪ ਦੇਣ ਤੋਂ ਪਹਿਲਾਂ ਇਸ ਕੌਮਾਂਤਰੀ ਅਦਾਰੇ ਨੇ ਪਾਕਿਸਤਾਨ ਸਰਕਾਰ ਨੂੰ 6 ਸ਼ਰਤਾਂ ਪੂਰੀਆਂ ਕਰਨ ਲਈ ਕਿਹਾ ਹੈ ਡੰਡੀ। ਇਹ ਸ਼ਰਤਾਂ ਜੂਨ 2022 ਤੱਕ ਪੂਰੀਆਂ ਕਰਨੀਆਂ ਹਨ ਡੰਡੀ। ਇਹਨਾਂ ਵਿੱਚ ਵਿਅਕਤੀਗਤ ਆਮਦਨ ਕਰ ਦੀਆਂ ਦਰਾਂ ਅਤੇ ਬਿਜਲੀ ਦਰਾਂ ਵਧਾਉਣੀਆਂ ਅਤੇ ਗੈਰ ਜ਼ਰੂਰੀ ਆਰਥਿਕ ਰਿਆਇਤਾਂ ਖਤਮ ਕਰਨੀਆਂ ਸ਼ਾਮਿਲ ਹਨ ਡੰਡੀ। ਇਹਨਾਂ ਸ਼ਰਤਾਂ ਤੋਂ ਇਲਾਵਾ ਕੌਮਾਂਤਰੀ ਮਾਲੀ ਫੰਡ IMF ਨੇ ਖਜ਼ਾਨਾ ਮੰਤਰੀ ਸ਼ੌਕਤ ਤਾਰੀਨ ਵੱਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ਉੱਤੇ ਕੁਝ ਇਤਰਾਜ਼ ਵੀ ਪ੍ਰਗਟਾਏ ਹਨ ਡੰਡੀ। ਅੰਗਰੇਜ਼ੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿੱਚ ਵਿਅਕਤੀਗਤ ਆਮਦਨ ਦਰ ਦੀਆਂ 11 ਸਲੈਬਾਂ ਹਨ ਡੰਡੀ। ਇਸ ਟੈਕਸ ਦੀ ਵੱਧ ਤੋਂ ਵੱਧ ਦਰ 35% ਅਤੇ ਘੱਟ ਤੋਂ ਘੱਟ 10% ਹੈ ਡੰਡੀ।
IMF ਨੇ ਇਹ ਸਲੈਬਾਂ ਘਟਾਉਣ ਦੀ ਸ਼ਰਤ ਰੱਖੀ ਹੈ ਡੰਡੀ। ਇਸ ਸ਼ਰਤ ਦੇ ਤਹਿਤ ਤਨਖਾਹਦਾਰ ਤਬਕੇ ਉੱਪਰ ਆਮਦਨ ਕਰ ਦਾ ਬੋਝ ਵਧਣ ਦਾ ਖਦਸ਼ਾ ਹੈ ਡੰਡੀ। ਇਸੇ ਤਰ੍ਹਾਂ ਬਿਜਲੀ ਦਰਾਂ ਦੇ ਮਾਮਲੇ ਵਿੱਚ ਰਿਆਇਤਾਂ ਘਟਾਉਣ ਲਈ ਕਿਹਾ ਗਿਆ ਹੈ ਡੰਡੀ। ਇਸ ਦਾ ਸਿੱਧਾ ਅਸਰ ਗਰੀਬ ਤੇ ਦਰਮਿਆਨੇ ਤਬਕੇ ਉੱਤੇ ਪੈਣਾ ਯਕੀਨੀ ਹੈ ਡੰਡੀ। ਇੱਕ ਸ਼ਰਤ ਦਰਾਮਦ ਪ੍ਰੋਤਸਾਹਨ ਸਕੀਮ ਦਾ ਮੁੜ ਜਾਇਜ਼ਾ ਲਏ ਜਾਣ ਅਤੇ ਇਸ ਨੂੰ ਬਿਹਤਰ ਢੰਗ ਨਾਲ ਨੇਮਬੱਧ ਨਾ ਕੀਤੇ ਜਾਣ ਬਾਰੇ ਹੈ ਡੰਡੀ। IMF ਦੀ ਰਾਏ ਹੈ ਕਿ ਇਹ ਸਕੀਮ ਟੈਕਸ ਚੋਰੀ ਦਾ ਵੱਡਾ ਸਰੋਤ ਹੈ ਅਤੇ ਇਹ ਸਰੋਤ ਬੰਦ ਕੀਤਾ ਜਾਣਾ ਚਾਹੀਦਾ ਹੈ ਡੰਡੀ। ਇੱਕ ਹੋਰ ਸ਼ਰਤ ਕੰਪਨੀ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਰੈਗੂਲੇਟ ਕੀਤੇ ਜਾਣ ਅਤੇ ਵੱਧ ਪਾਰਦਰਸ਼ੀ ਬਣਾਏ ਜਾਣ ਬਾਰੇ ਹੈ ਡੰਡੀ। IMF ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਅੰਦਰਲੀਆਂ ਚੋਰ ਮੋਰੀਆਂ ਦਾ ਕਾਰੋਬਾਰੀ ਜਗਤ ਸਿੱਧੇ ਅਸਿੱਧੇ ਤੌਰ 'ਤੇ ਲਾਭ ਲੈ ਰਿਹਾ ਹੈ ਡੰਡੀ ਅਤੇ ਇਸ ਦਾ ਸਿੱਧਾ ਅਸਰ ਸਰਕਾਰੀ ਮਾਲੀਏ ਉੱਤੇ ਪੈ ਰਿਹਾ ਹੈ ਡੰਡੀ। ਪਰ ਇਹਨਾਂ ਸ਼ਰਤਾਂ ਬਾਰੇ ਆਪਣੇ ਤਬਸਰੇ ਵਿੱਚ ਅਖਬਾਰ ਲਿਖਦਾ ਹੈ ਕਿ ਇਹ ਸ਼ਰਤਾਂ ਪਾਕਿਸਤਾਨ ਸਰਕਾਰ ਦੀ ਖੁਦ ਮੁਖਤਿਆਰੀ ਸੀਮਤ ਬਣਾਉਣ ਵਾਲੀਆਂ ਅਤੇ ਨਮੋਸ਼ੀਜਨਕ ਹਨ, ਪਰ ਕੌਮੀ ਅਰਥਚਾਰੇ ਦੀ ਇਸ ਸਮੇਂ ਜੋ ਹਾਲਤ ਹੈ ਉਸ ਦੇ ਮੱਦੇਨਜ਼ਰ ਸਰਕਾਰ ਕੋਲ ਇਹਨਾਂ ਨੂੰ ਮੰਨੇ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਡੰਡੀ। ਉਂਝ ਵੀ ਇਹ ਸ਼ਰਤਾਂ ਇਸ ਗੱਲ ਦਾ ਸਬੂਤ ਹਨ ਕਿ ਅਰਥਚਾਰਾ ਕਿਸ ਹੱਦ ਤੱਕ ਖਸਤਾ ਹਾਲ ਹੈ ਡੰਡੀ। ਰਾਵਲਪਿੰਡੀ ਪ੍ਰਸ਼ਾਸਨ ਨੇ ਪੋਠੋਹਾਰ ਖਿੱਤੇ ਵਿੱਚ ਦਰੱਖਤਾਂ ਦੀ ਕਟਾਈ ਰੋਕਣ ਲਈ ਸਖਤ ਕਦਮ ਚੁੱਕੇ ਹਨ ਡੰਡੀ। ਅੰਗਰੇਜ਼ੀ ਅਖਬਾਰ ਪਾਕਿਸਤਾਨ ਅਬਜ਼ਰਵਰ ਦੀ ਰਿਪੋਰਟ ਮੁਤਾਬਕ ਰਾਵਲਪਿੰਡੀ ਡਿਵੀਜ਼ਨ ਵਿੱਚ ਸੁੱਕੇ ਸੜੇ ਦਰੱਖਤ ਹਟਾਉਣ ਦੇ ਨਾਂ 'ਤੇ ਸਿਹਤਮੰਦ ਦਰੱਖਤਾਂ ਦੀ ਕਟਾਈ ਵੀ ਬੇਕਿਰਕੀ ਨਾਲ ਜਾਰੀ ਹੈ ਡੰਡੀ। ਲਾਹੌਰ ਹਾਈ ਕੋਰਟ ਨੇ ਇੱਕ ਵਕੀਲ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ 'ਤੇ ਇਸ ਕਟਾਈ ਬਾਰੇ ਰਿਪੋਰਟ ਪੇਸ਼ ਕੀਤੇ ਜਾਣ ਅਤੇ ਹਾਲ ਦੀ ਘੜੀ ਹਰ ਕਿਸਮ ਦੀ ਕਟਾਈ ਬੰਦ ਕੀਤੇ ਜਾਣ ਦੇ ਹੁਕਮ ਦਿੱਤੇ ਡੰਡੀ। ਇਹਨਾਂ ਹੁਕਮਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਸਖਤੀ ਕਰਨ ਲਈ ਮਜਬੂਰ ਹੋਣਾ ਪਿਆ ਡੰਡੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਗੋਲਿਕ ਹਾਲਾਤ ਮੁਤਾਬਕ ਪਾਕਿਸਤਾਨ ਨੂੰ 25% ਹਰਿਆਲੇ ਛਤਰ ਦੀ ਲੋੜ ਹੈ, ਪਰ ਜੰਗਲਾਤ ਹੇਠਲਾ ਰਕਬਾ ਇਸ ਸਮੇਂ ਕੁੱਲ ਕੌਮੀ ਰਕਬੇ ਦਾ ਸਿਰਫ 5.7% ਬਣਦਾ ਹੈ ਡੰਡੀ। ਇਸ ਦਾ ਸਿੱਧਾ ਅਸਰ ਮੌਸਮੀ ਹਾਲਾਤ ਉੱਤੇ ਪੈ ਰਿਹਾ ਹੈ ਡੰਡੀ। ਜੰਗਲਾਤ ਖੇਤਰ ਮੁੱਖ ਤੌਰ 'ਤੇ ਗਿਲਗਿਤ ਬਾਲਟਿਸਤਾਨ ਖਿੱਤੇ ਅਤੇ ਪੋਠੋਹਾਰ ਡਿਵੀਜ਼ਨ ਦੀਆਂ ਪਹਾੜੀਆਂ ਉੱਤੇ ਕੇਂਦਰਿਤ ਸੀ, ਪਰ ਇਹਨਾਂ ਪਹਾੜੀਆਂ ਉੱਪਰੋਂ ਜੰਗਲਾਂ ਦਾ ਸਫਾਇਆ ਪਿਛਲੇ ਅੱਧੇ ਦਹਾਕੇ ਤੋਂ ਬੇਰੋਕ ਟੋਕ ਚੱਲ ਰਿਹਾ ਸੀ ਡੰਡੀ। ਰਿਪੋਰਟ ਵਿੱਚ ਉਮੀਦ ਜਤਾਈ ਗਈ ਹੈ ਕਿ ਹਾਈ ਕੋਰਟ ਦੇ ਹੁਕਮਾਂ ਉੱਤੇ ਇਮਾਨਦਾਰੀ ਨਾਲ ਅਮਲ ਕੀਤਾ ਜਾਵੇਗਾ ਅਤੇ ਜੰਗਲਾਂ ਦੇ ਵਿਨਾਸ਼ ਨੂੰ ਕੁਝ ਠੱਲ ਜ਼ਰੂਰ ਪਵੇਗੀ ਡੰਡੀ। ਰਾਵਲਪਿੰਡੀ ਦੇ ਅਯੂਬ ਨੈਸ਼ਨਲ ਪਾਰਕ ਵਿੱਚ ਰਾਇਲ ਬੰਗਾਲ ਟਾਈਗਰ
ਬੰਗਾਲੀ ਬਾਗ ਦੇ 2 ਬੱਚੇ ਲੋਕਾਂ ਲਈ ਨਵਾਂ ਆਕਰਸ਼ਣ ਬਣੇ ਹੋਏ ਹਨ। ਡੰਡੀ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ ਫਲਿਕਸ ਤੇ ਜੂਲੀਆ ਨਾਂ ਦੇ ਇਹ ਬੱਚੇ ਰੀਟਾ ਨਾਂ ਦੀ ਬਾਗਿਨ ਦੀ ਨਵੀਂ ਔਲਾਦ ਹਨ। ਡੰਡੀ ਇਹ ਹੁਣ 1 ਮਹੀਨੇ ਦੇ ਹੋ ਗਏ ਹਨ ਅਤੇ ਇਹਨਾਂ ਨੂੰ ਪਹਿਲੀ ਵਾਰ ਇਸ ਚਿੜੀਆ ਘਰ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਡੰਡੀ ਦੋਵੇਂ ਸਿਹਤਮੰਦ ਹਨ ਅਤੇ ਚਿੜੀਆ ਘਰ ਦੇ ਕਾਰਕੁਨਾਂ ਵੱਲੋਂ ਇਹਨਾਂ ਦਾ ਉਚੇਚਾ ਧਿਆਨ ਰੱਖਿਆ ਜਾ ਰਿਹਾ ਹੈ। ਡੰਡੀ ਰੀਟਾ ਨੇ 16 ਮਹੀਨੇ ਪਹਿਲਾਂ ਵੀ 2 ਬੱਚਿਆਂ ਨੂੰ ਜਨਮ ਦਿੱਤਾ ਸੀ, ਪਰ ਉਹ ਬਹੁਤੀ ਦੇਰ ਜਿੰਦਾ ਨਾ ਰਹਿ ਸਕੇ। ਡੰਡੀ ਇਸ ਵਾਰ ਜਨਮੇ ਦੋਵਾਂ ਬੱਚਿਆਂ ਦੀ ਦੇਖਭਾਲ ਉਹ ਪੂਰੀ ਤਨਦੇਹੀ ਨਾਲ ਕਰ ਰਹੀ ਹੈ। ਡੰਡੀ ਦੁਨੀਆ ਵਿੱਚ ਇਸ ਸਮੇਂ ਤਕਰੀਬਨ 3500 ਬਾਘ ਬੱਚੇ ਹਨ। ਡੰਡੀ ਇਹਨਾਂ ਵਿੱਚੋਂ 80 ਦੇ ਕਰੀਬ ਪਾਕਿਸਤਾਨ ਵਿੱਚ ਹਨ, ਜੋ ਮੁੱਖ ਤੌਰ 'ਤੇ ਚਿੜੀਆ ਘਰਾਂ ਵਿੱਚ ਹੀ ਹਨ। ਡੰਡੀ ਅਯੂਬ ਨੈਸ਼ਨਲ ਪਾਰਕ ਵਿੱਚ ਇਸ ਸਮੇਂ 5 ਬਾਘ ਹਨ, ਜਦਕਿ ਲਾਹੌਰ ਚਿੜੀਆ ਘਰ ਵਿੱਚ ਇਹਨਾਂ ਦੀ ਗਿਣਤੀ 8 ਹੈ। ਡੰਡੀ ਗਿਲਗਿਤ ਬਾਲਟਿਸਤਾਨ ਖਿੱਤੇ ਦੇ ਜੰਗਲਾਂ ਵਿੱਚ 35 ਦੇ ਕਰੀਬ ਬਾਘ ਹੋਣ ਦਾ ਅੰਦਾਜ਼ਾ ਹੈ। ਡੰਡੀ ਵਣ ਪ੍ਰੇਮੀਆਂ ਨੇ ਅਯੂਬ ਨੈਸ਼ਨਲ ਪਾਰਕ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰੀਟਾ ਦੇ ਬੱਚਿਆਂ ਨੂੰ ਲੋਕਾਂ ਸਾਹਮਣੇ ਰੋਜ਼ ਲਿਆਉਣ ਦੇ ਲੋਭ ਤੋਂ ਬਚਣ, ਤਾਂ ਜੋ ਇਹਨਾਂ ਦੀ ਪਰਵਰਿਸ਼ ਬਿਹਤਰ ਮਾਹੌਲ ਵਿੱਚ ਹੋ ਸਕੇ। ਡੰਡੀ ਲਾਹੌਰ ਵਿੱਚ ਚੱਲ ਰਹੇ ਅਲੰਬਰਾ ਥੀਏਟਰ ਮੇਲੇ ਵਿੱਚ ਸ਼ਨਿਚਰਵਾਰ ਸ਼ਾਮੀ ਅਜੋਕਾ ਗਰੁੱਪ ਦੇ ਵਿਦਿਆਰਥੀਆਂ ਨੇ 2 ਲਘੂ ਨਾਟਕ ਪੇਸ਼ ਕੀਤੇ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਿਆ ਗਿਆ। ਡੰਡੀ ਲੱਪਰ ਤੇ ਮਰਿਆ ਹੋਇਆ ਕੁੱਤਾ ਨਾਮੀ ਨਾਟਕ ਸ਼ਾਹਿਦ ਨਦੀਮ ਵੱਲੋਂ ਲਿਖੇ ਹੋਏ ਹਨ। ਡੰਡੀ ਪਹਿਲਾ ਨਾਟਕ ਕੁੜੀਆਂ ਨੂੰ ਕੁੱਖ ਵਿੱਚ ਮਾਰਨ ਦੀ ਸਮਾਜਿਕ ਬੁਰਾਈ ਬਾਰੇ ਹੈ ਅਤੇ ਦੂਜਿਆਂ ਦਾ ਭਲਾ ਕਰਨ ਦੀ ਬਿਰਤੀ ਲਗਾਤਾਰ ਘਟਣ ਤੇ ਇਸ ਤੋਂ ਉਪਜਣ ਵਾਲੇ ਸਮਾਜਿਕ ਵਿਗਾੜਾਂ ਦਾ ਚਿੱਤਰਨ ਕਰਦਾ ਹੈ। ਡੰਡੀ ਅਜੋਕਾ ਇੰਸਟੀਚਿਊਟ ਦੇ ਡਾਇਰੈਕਟਰ ਨਰਵਾਨ ਨਦੀਮ ਨੇ ਦੱਸਿਆ ਕਿ ਦੋਵਾਂ ਨਾਟਕਾਂ ਦੇ ਸਾਰੇ ਕਲਾਕਾਰ ਪਹਿਲੀ ਵਾਰ ਸਟੇਜ ਉੱਤੇ ਉਤਰੇ ਹਨ, ਪਰ ਉਹਨਾਂ ਦੀ ਅਦਾਕਾਰੀ ਦੇਖ ਕੇ ਇਹ ਆਭਾਸ ਤੱਕ ਨਹੀਂ ਹੁੰਦਾ ਕਿ ਉਹ ਨਵੇਂ ਨਕੋਰ ਕਲਾਕਾਰ ਹਨ। ਡੰਡੀ ਨਦੀਮ ਨੇ ਇਹ ਵੀ ਦੱਸਿਆ ਹੈ ਕਿ ਅਜੋਕਾ ਵੱਲੋਂ ਸਿਖਲਾਈ ਯਾਫਤਾ ਕਲਾਕਾਰ ਜਿੱਥੇ ਰੰਗਮੰਚ ਦੇ ਖੇਤਰ ਨੂੰ ਸਜੀਵ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਆ ਰਹੇ ਹਨ, ਉੱਥੇ ਟੈਲੀਵਿਜ਼ਨ ਜਗਤ ਨੂੰ ਵੀ ਨਵੇਂ ਚਿਹਰੇ ਪ੍ਰਦਾਨ ਕਰਦੇ ਆਏ ਹਨ। ਡੰਡੀ ਅੰਗਰੇਜ਼ੀ ਅਖਬਾਰ ਦਾ ਨੇਸ਼ਨ ਦੀ ਰਿਪੋਰਟ ਅਨੁਸਾਰ ਅਜੋਕਾ ਗਰੁੱਪ ਪਾਕਿਸਤਾਨ ਵਿੱਚ ਪੰਜਾਬੀ ਰੰਗਮੰਚ ਨੂੰ ਜਿਉਂਦਾ ਰੱਖਣ ਵਿੱਚ ਪ੍ਰਮੁੱਖ ਯੋਗਦਾਨ ਪਾ ਰਿਹਾ ਹੈ। ਡੰਡੀ ਲਾਹੌਰ ਆਰਟਸ ਕੌਂਸਲ ਨੇ ਇਸ ਗਰੁੱਪ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦਾ ਵਾਅਦਾ ਕੀਤਾ ਹੈ। ਡੰਡੀ ਸਿਆਸਤ ਅਮੀਰਾਂ ਦੀ ਖੇਡ ਬਣ ਗਈ ਹੈ ਅਤੇ ਸਿਆਸਤ 'ਚ ਆ ਕੇ ਰਾਤੋਂ ਰਾਤ ਅਮੀਰ ਹੋਣ ਵਾਲੇ ਆਗੂ ਭ੍ਰਿਸ਼ਟਾਚਾਰ ਦੀ ਖੇਡ ਦੇ ਮਾਹਿਰ ਖਿਡਾਰੀ ਬਣ ਜਾਂਦੇ ਹਨ, ਜਿਸ ਕਾਰਨ ਦੇਸ਼ ਦੇ ਢਾਂਚੇ 'ਚ ਉੱਪਰੋਂ ਚੱਲਣ ਵਾਲਾ ਭ੍ਰਿਸ਼ਟਾਚਾਰ ਥੱਲੇ ਤੱਕ ਆਉਂਦਾ ਰਹਿੰਦਾ ਹੈ ਅਤੇ ਉਹ ਰੁਕਿਆ ਵੀ ਨਹੀਂ।
ਰੁਕ ਰਿਹਾ ਡੰਡੀ। ਪੰਜਾਬ ਵਿਧਾਨ ਸਭਾ ਦੀਆਂ ਹਥਲੀਆਂ ਚੋਣਾਂ ਲਈ ਜਿਨ੍ਹਾਂ ਉਮੀਦਵਾਰਾਂ ਉਹਨਾਂ 'ਚ 500 ਤੋਂ ਵਧੇਰੇ ਕਰੋੜਪਤੀ ਹਨ, ਭਾਵੇਂ ਕਿ ਉਮੀਦਵਾਰਾਂ ਵੱਲੋਂ ਆਪਣੀ ਜਾਇਦਾਦ ਬਾਰੇ ਦਿੱਤੇ ਜਾਂਦੇ ਅੰਕੜੇ ਕਾਗਜ਼ੀ ਕਾਰਵਾਈ ਹੀ ਹੁੰਦੇ ਹਨ ਤੇ ਅਸਲੀਅਤ ਨਾਲ ਕਿਤੇ ਘੱਟ ਹੁੰਦੇ ਹਨ, ਉਸਦੇ ਬਾਵਜੂਦ 500 ਕਰੋੜਪਤੀਆਂ ਪੰਜਾਬ ਦੇ ਉਹਨਾਂ ਲੋਕਾਂ ਦੇ ਜਿਨ੍ਹਾਂ ਸਿਰ ਜੰਮਦੇ ਹੀ 12,000 ਦਾ ਕਰਜ਼ਾ ਹੁੰਦਾ ਹੈ ਦੇ ਨੁਮਾਇੰਦੇ ਬਣਨ ਲਈ ਚੋਣ ਮੈਦਾਨ 'ਚ ਨਿੱਤਰੇ ਹਨ ਡੰਡੀ। ਜਿਸ ਪੰਜਾਬ ਦੀ ਆਰਥਿਕਤਾ ਡੁੱਬ ਰਹੀ ਹੈ ਅਤੇ ਗਰੀਬ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਔਖਾ ਹੋ ਰਿਹਾ ਹੈ, ਛੋਟੇ ਕਿਸਾਨ ਖੇਤੀ ਤੋਂ ਅਤੇ ਖੇਤ ਮਜ਼ਦੂਰੀ ਤੋਂ ਵਿਹਲੇ ਹੋ ਰਹੇ ਹਨ। 48 ਲੱਖ ਮੁੰਡੇ ਕੁੜੀਆਂ ਬੇਰੁਜ਼ਗਾਰ ਘੁੰਮ ਰਹੇ ਹਨ। ਕਰਜ਼ੇ ਦੀ ਪੰਡ ਥੱਲੇ ਆ ਕੇ ਖੁਦਕੁਸ਼ੀਆਂ ਕਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਕੈਂਸਰ ਤੇ ਪੀਲੀਏ ਵਰਗੇ ਭਿਆਨਕ ਰੋਗਾਂ ਨਾਲ ਘਰ ਘਰ ਸੱਥਰ ਵਿੱਚ ਰਹੇ ਹਨ। ਉਸ ਸਮੇਂ ਗਰੀਬ ਦੇ ਦੁੱਖਾਂ ਦੀ ਸਾਰ ਉਹਨਾਂ ਹਾਲਾਤਾਂ 'ਚ ਲੰਘਿਆ ਆਗੂ ਤਾਂ ਲੈ ਸਕਦਾ ਹੈ, ਪਰ ਮੂੰਹ 'ਚ ਸੋਨੇ ਦਾ ਚਮਚਾ ਲੈ ਕੇ ਜੰਮਿਆ ਤੇ ਬਾਪੂ ਦੀ ਸਿਆਸੀ ਵਿਰਾਸਤ ਦਾ ਧੱਕੇ ਨਾਲ ਵਾਰਸ ਬਣਿਆ ਕਰੋੜਾਂ ਅਰਬਾਂ ਪਤੀ ਆਗੂ ਆਮ ਲੋਕਾਂ ਦੀਆਂ ਤੰਗੀਆਂ ਤਰੁਸ਼ੀਆਂ ਤੇ ਗਰੀਬਾਂ ਦੀਆਂ ਆਏ ਦਿਨ ਦੀਆਂ ਸਮੱਸਿਆਵਾਂ ਬਾਰੇ ਜਦੋਂ ਕੁਝ ਜਾਣਦਾ ਹੀ ਨਹੀਂ ਹੁੰਦਾ, ਫਿਰ ਉਹਨਾਂ ਦਾ ਹੱਲ ਕਰਨ ਵੱਲ ਕਿਵੇਂ ਤੁਰ ਪਵੇਗਾ? ਪ੍ਰਸ਼ਨ ਚਿੰਨ੍ਹ। ਅਸੀਂ ਅਮੀਰ ਲੋਕਾਂ ਦੇ ਸਿਆਸਤ 'ਚ ਆਉਣ ਦੇ ਵਿਰੁੱਧ ਨਹੀਂ ਹਾਂ, ਪਰੰਤੂ ਜਿਸ ਤਰ੍ਹਾਂ ਸਿਆਸਤ ਸਿਰਫ ਪੈਸੇ ਤੇ ਪਰਿਵਾਰ ਦੀ ਖੇਡ ਬਣ ਗਈ ਹੈ, ਇਸ ਕਾਰਨ ਆਮ ਲੋਕਾਂ ਦਾ ਸਿਆਸਤ ਤੋਂ ਜਿੱਥੇ ਮੋਹ ਭੰਗ ਹੋ ਰਿਹਾ ਹੈ, ਉੱਥੇ ਸਿਆਸਤ 'ਚ ਲੋਕ ਸੇਵਾ ਦੀ ਭਾਵਨਾ ਵੀ ਅਲੋਪ ਹੋ ਗਈ ਹੈ ਅਤੇ ਸਿਆਸੀ ਆਗੂਆਂ ਦੀ ਭਰੋਸੇਯੋਗਤਾ ਵੀ ਖਤਮ ਹੋ ਗਈ ਹੈ ਡੰਡੀ। ਪੈਸੇ ਦੀ ਖੇਡ ਕਾਰਨ ਹੀ ਸਿਆਸਤ 'ਚੋਂ ਸਾਰੀਆਂ ਕਦਰਾਂ ਕੀਮਤਾਂ ਤੇ ਸੱਚ ਦੀ ਪਹਿਰੇਦਾਰੀ ਵੀ ਅਲੋਪ ਹੋ ਗਈ ਹੈ ਡੰਡੀ। ਲੋਕ ਹਿੱਤਾਂ ਦੀ ਵੱਡੀਆਂ ਢੀਂਗਾਂ ਮਾਰਨ ਵਾਲੇ ਗਰੀਬ ਲੋਕਾਂ ਦੀ ਸਾਰ ਲੈਣ ਦਾ ਵਾਅਦਾ ਕਰਨ ਵਾਲੇ ਸਾਰੇ ਖੁਦ ਕਰੋੜਾਂ ਅਰਬਾਂ ਪਤੀ ਹਨ। ਇਸ ਕਾਰਨ ਉਹਨਾਂ ਦੀ ਕਹਿਣੀ ਤੇ ਕਰਨੀ ਕਦੇ ਵੀ ਇੱਕ ਨਹੀਂ ਹੋ ਸਕਦੀ ਡੰਡੀ। ਲੋਕ ਸੇਵਾ ਦਾ ਪਹਿਲਾ ਮੂਲ ਪਾਠ ਤਿਆਗ ਹੈ, ਪਰੰਤੂ ਅਮੀਰ ਕੁਨਬੇ ਜੱਫੇ ਮਾਰ ਹੁੰਦੇ ਹਨ। ਉਹ ਦੌਲਤ ਇਕੱਠੀ ਕਰਨ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ, ਜਿਸ ਕਾਰਨ ਤਿਆਗ ਦੀ ਥਾਂ ਸਵਾਰਥ ਉਹਨਾਂ 'ਤੇ ਭਾਰੂ ਹੁੰਦਾ ਹੈ ਅਤੇ ਉਹ ਲੋਕਾਂ ਦੀ ਥਾਂ ਸਿਰਫ ਤੇ ਸਿਰਫ ਆਪਣਾ ਲਾਹਾ ਹੀ ਵੇਖਦੇ ਹਨ ਡੰਡੀ। ਪੈਸੇ ਤੇ ਸਵਾਰਥ ਦੇ ਰਾਜਨੀਤੀ 'ਤੇ ਭਾਰੂ ਹੋਣ ਸਦਕਾ ਹੀ ਧੱਕੇਸ਼ਾਹੀ, ਬੇਇਨਸਾਫੀ, ਬੇਈਮਾਨੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਚਾਰੇ ਪਾਸੇ ਵਧਿਆ ਹੈ ਡੰਡੀ। ਪੰਜਾਬ ਦੀ ਰਾਜਨੀਤੀ 'ਚ ਕਰੋੜਾਂ ਪਤੀਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਸੀਂ ਇਸ ਨੂੰ ਭਾਵੇਂ ਮਾੜਾ ਨਹੀਂ ਸਮਝਦੇ, ਪਰੰਤੂ ਸਿਆਸੀ ਆਗੂਆਂ ਵੱਲੋਂ ਕਮਾਈ ਕਿਵੇਂ ਕੀਤੀ ਜਾਂਦੀ ਹੈ, ਇਸ ਦਾ ਖੁਲਾਸਾ ਜ਼ਰੂਰ ਚਾਹੁੰਦੇ ਹਾਂ ਡੰਡੀ। ਪੈਸੇ ਦੀ ਰਾਜਨੀਤੀ 'ਚ ਆਮ ਆਦਮੀ ਤੇ ਉਸ ਨਾਲ ਜੁੜੇ ਮੁੱਦੇ ਅਲੋਪ ਹਨ ਡੰਡੀ, ਕਿਉਂਕਿ ਪੈਸੇ ਵਾਲਾ ਪੈਸੇ ਦੇ ਜ਼ੋਰ ਨਾਲ ਜਿੱਤ ਜਾਣ ਦਾ ਗੁਮਾਨ ਪਾਲੀ ਰੱਖਦਾ ਹੈ ਡੰਡੀ। ਅਸੀਂ ਚਾਹੁੰਦੇ ਹਾਂ ਕਿ ਅੱਜ ਜਦੋਂ
ਆਮ ਲੋਕ ਜਿਹੜੇ ਗਰੀਬ ਜਾਂ ਹੇਠਲੇ ਪੱਧਰ 'ਤੇ ਮੱਧ ਵਰਗੀ ਹਨ, ਉਹਨਾਂ ਦੀ ਗਿਣਤੀ 70% ਹੈ। ਉਹ ਪੈਸੇ ਦੀ ਸਿਆਸਤ ਨੂੰ ਸਮਝਣ ਅਤੇ ਪੈਸੇ ਦੇ ਜ਼ੋਰ 'ਤੇ ਜਿੱਤ ਜਾਣ ਦੀ ਬਣੀ ਧਾਰਨਾ ਨੂੰ ਖਤਮ ਕੀਤਾ ਜਾਵੇ। ਡੰਡੀ ਨਸ਼ੇ ਜਾਂ ਨੋਟਾਂ ਦੇ ਰੂਪ 'ਚ ਜੇ ਵੋਟਾਂ ਦੇ ਦਿਨਾਂ 'ਚ 1000-2000 ਮਿਲ ਵੀ ਜਾਂਦਾ ਹੈ ਤਾਂ ਉਸਦੀ ਜਿਹੜੀ ਕੀਮਤ ਬਾਅਦ 'ਚ ਤਾਰਨੀ ਪੈਂਦੀ ਹੈ, ਉਸ ਬਾਰੇ ਆਮ ਗਰੀਬ ਵੋਟਰ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਡੰਡੀ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਸਮਾਜ ਦਾ ਜਾਗਰੂਕ ਵਰਗ, ਜਿਹੜਾ ਆਪਣੀ ਰੋਜੀ ਰੋਟੀ ਦੇ ਫਿਕਰਾਂ ਤੋਂ ਥੋੜ੍ਹਾ ਬਾਹਰ ਨਿਕਲ ਚੁੱਕਿਆ ਹੈ ਅਤੇ ਲੋਕਾਂ ਦੇ ਭਲੇ ਦੀ ਸੋਚ ਰੱਖਦਾ ਹੈ, ਉਹ ਅੱਗੇ ਆਵੇ ਅਤੇ ਸਿਆਸਤ 'ਚੋਂ ਪੈਸੇ ਦੀ ਖੇਡ ਨੂੰ ਖਤਮ ਕਰਨ ਲਈ ਸੰਘਰਸ਼ ਕਰੇ। ਡੰਡੀ ਅੱਜ ਲੋਕਾਂ ਪਾਸ ਸੱਪ-ਨਾਥ ਜਾਂ ਨਾਗ-ਨਾਥ 'ਚੋਂ ਇੱਕ ਨੂੰ ਚੁਣਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਅਤੇ ਉਹ ਜਿੱਧਰ ਵੀ ਜਾਵੇ ਆਖਰ ਉਸ ਨੂੰ ਹੀ ਡੰਗ ਵੱਜਣਾ ਯਕੀਨੀ ਹੈ। ਇਸ ਲਈ ਜਦੋਂ ਤੱਕ ਨੋਟ ਸ਼ਕਤੀ ਤੇ ਲੋਕ ਸ਼ਕਤੀ ਨੂੰ ਭਾਰੀ ਨਹੀਂ ਬਣਾਇਆ ਜਾਂਦਾ, ਚੋਣਾਂ 'ਚ ਕਰੋੜਾਂ ਅਰਬਾਂ ਪਤੀਆਂ ਦੀ ਗਿਣਤੀ ਅਤੇ ਉਹਨਾਂ ਦੀ ਜਾਇਦਾਦ ਅਤੇ ਆਮ ਆਦਮੀ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾਣਗੀਆਂ। ਡੰਡੀ।